ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਜੀ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਜੀ ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਪਹੁੰਚੀ ਕੇਤਕ ਦਇਓ ਸਮਹਿ। ਸੁਧ ਸਤਿਗੁਰ ਕੇ ਪਾਸ ਮਿਲ ਸੰਗਤ ਉਤ ਸਭ ਕੀਓ। ਦੁਸ਼ਟ ਮਹਾ ਲਖ ਨਾਸ ਪਹੁੰਚੀ ਕੇਤਕ ਦਇਓ ਸਮਹਿ। ਸੁਧ ਸਤਿਗੁਰ ਕੇ ਪਾਸ ਮਿਲ ਸੰਗਤ ਉਤ ਸਭ ਕੀਓ। ਦੁਸ਼ਟ ਮਹਾ ਲਖ ਨਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਦਇਆ ਮਿਹਰਾਮਤਾਂ ਦੇ ਸਾਗਰ। ਹਾਜ਼ਰਾ ਹਜੂਰ ਜਾਹਰਾ ਜਹੂਰ। ਨਿਹਚਲ ਚੌਰ ਛਤਰ ਤਖਤ ਕੇ ਮਾਲਕ। ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਪਾਵਨ ਪਵਿੱਤਰ ਦੀਵਾਨ ਅੰਦਰ
ਹਜ਼ੂਰ ਦੇ ਖੁੱਲੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਨੇਤਰਾਂ ਨੂੰ ਸਫਲਿਆਂ ਬਣਾਇਆ ਹੈ। ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਬੜੀ ਮਿਹਰਾਮਤ ਕਿਰਪਾ ਹੋ ਰਹੀ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੀ, ਜੋ ਪਿਛਲੇ ਸਮੇਂ ਤੋਂ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ ਇਤਿਹਾਸ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਸਾਧ ਸੰਗਤ ਜੀ ਆਪਾਂ ਸਰਵਣ ਕਰ ਰਹੇ ਹਾਂ। ਕੱਲ ਦੇ ਦੀਵਾਨ ਵਿੱਚ ਜੋ ਪ੍ਰਸੰਗ ਆਪਾਂ ਸਰਵਣ ਕੀਤਾ ਹੈ ਕਿ ਪ੍ਰਿਥੀ ਚੰਦ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਨਾਲ ਈਰਖਾ ਕਰਦਿਆਂ ਹੋਇਆਂ, ਵੈਰ ਵਧਾਉਂਦਿਆਂ ਇੱਕ ਵਾਰੀ ਫਿਰ ਸੁਲਹੀ ਆਪਦੇ ਮਿੱਤਰ ਨੂੰ ਸੱਦਿਆ ਹੈ ਸੀ। ਸੁਲਹੀ ਭਾਰੀ ਫੌਜ ਲੈ ਕੇ ਸ਼ਾਹੀ ਫਰਮਾਨ ਦੇ ਸਦਕਾ ਕੋਠੇ ਨਗਰ ਇੱਧਰ ਮਾਲਵੇ ਵਿੱਚ, ਜਿੱਥੇ ਪ੍ਰਿਥੀ ਚੰਦ ਰਹਿ ਰਿਹਾ ਹੈ, ਇੱਥੇ ਪਹੁੰਚਿਆ। ਪ੍ਰਿਥੀ ਚੰਦ ਨੇ ਸੁਲਹੀ ਆਏ ਦਾ ਬੜਾ ਮਾਣ ਸਤਿਕਾਰ ਕੀਤਾ। ਅਗਲੇ ਦਿਨ ਚੜ੍ਹੇ ਇਹਨੂੰ ਆਪਦਾ ਪਿੰਡ ਵਿਖਾਉਣ ਵਾਸਤੇ ਲੈ ਕੇ ਗਿਆ। ਸਾਰਾ ਪਿੰਡ ਵਿਖਾਇਆ ਹੈ, ਆਪਦਾ ਮਹਿਲ ਵਿਖਾਇਆ, ਕੋਈ ਹੋਰ ਜਿਹੜੇ ਵਸਤੂਆਂ ਵਿਖਾਉਣ ਯੋਗ ਸੀ ਉਹ ਵਿਖਾਉਣਾ ਕੀਤੀਆਂ ਹਨ। ਔਰ ਫਿਰ ਜੋ ਪ੍ਰਿਥੀ ਚੰਦ ਨੇ ਇੱਟਾਂ ਪਕਾਉਣ ਵਾਸਤੇ ਪਿੰਡ ਦੇ ਬਾਹਰ ਆਵੇ, ਜਿਹਨੂੰ ਹੁਣ ਪੱਠੇ ਆਦਿਕ ਕਹਿ ਦਿੰਦੇ ਹਾਂ, ਇਹ ਲਾਏ ਹੋਏ, ਇਹ ਵਿਖਾਉਣ ਵਾਸਤੇ ਸੁਲਹੀ ਨੂੰ ਨਾਲ ਲੈ ਆਇਆ। ਕਿਉਂਕਿ ਸੰਗਤਾਂ ਨੇ ਮਹਾਰਾਜ ਨੂੰ ਬਚਨ ਕੀਤਾ ਸੀ ਵੀ ਦਿੱਲੀ ਦੀ ਸੰਗਤ ਨੇ ਜਦੋਂ ਚਿੱਠੀ ਪਾਈ, ਪਾਤਸ਼ਾਹ ਸੁਲਹੀ ਚੜ੍ਹ ਕੇ ਆਇਆ ਹੈ, ਤੁਹਾਨੂੰ ਕੋਈ ਉਦਮ ਕਰਨਾ ਚਾਹੀਦਾ। ਤੇ ਪਾਤਸ਼ਾਹ ਨੇ ਸਿੱਖਾਂ ਨੂੰ ਡੋਲਦਿਆਂ ਹੋਇਆਂ ਵੇਖ ਕੇ ਆਖਿਆ, ਭਾਈ ਡੋਲਣ ਦੀ ਕੋਈ ਲੋੜ ਨਹੀਂ, ਧੀਰਜ ਰੱਖੋ। ਸਾਨੂੰ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਤੁਹਾਡੀ ਸਾਡੀ ਸਾਰਿਆਂ ਦੀ ਹੱਥ ਦੇ ਕੇ ਰੱਖਿਆ ਕਰਨਗੇ। ਤੋ ਪਾਤਸ਼ਾਹ ਦਾ ਉਹ ਬਚਨ ਜੋ ਸੱਚਾ ਹੋਣਾ ਸੀ, ਮਹਾਰਾਜ ਨੇ ਆਖਿਆ ਸੀ ਜਿਹੜੇ ਗੁਰੂ ਘਰ ਚੜ੍ਹ ਕੇ ਆਏ ਐ ਉਹਨਾਂ ਨੂੰ ਆਪ ਹੀ ਵਿਪਤਾ ਪੈ ਜਾਣੀ ਹੈ, ਚੋਰਾਂ ਨੂੰ ਮੋਰ ਪੈਣਗੇ। ਜਦੋਂ ਸੁਲਹੀ ਪ੍ਰਿਥੀ ਚੰਦ ਦਾ ਆਵਾ ਲੱਗਿਆ ਵੇਖਣ ਵਾਸਤੇ, ਦੌੜ ਕੇ ਚੜ੍ਹਿਆ ਨਾ ਭੱਠੇ ਦੇ ਉੱਪਰ ਆਵੇ ਤੇ ਇੱਕੇ ਸਾਹ ਵਿੱਚ ਨਾਲ ਹੀ ਫੌਜ ਹੈ। ਕੁਝ ਸਰੋਤਾਂ ਅਨੁਸਾਰ ਇਹ ਘੋੜੇ ਸਮੇਤ ਹੀ ਚੜ੍ਹਿਆ ਸੀ, ਤਾਂ ਕਵੀ ਜੀਆਂ ਭੱਜ ਕੇ ਦੌੜ ਕੇ ਪੈਦਲ ਲਿਖਿਆ ਹੈ। ਜਦੋਂ ਉੱਪਰ ਨੂੰ ਸਾਧ ਸੰਗਤ ਜੀ ਚੜ੍ਹਿਆ, ਉਹ ਆਵਿਆਂ ਦੇ ਵਿੱਚ ਹੁਣ ਥੋੜ੍ਹਾ ਫਰਕ ਹੈ। ਉਹਨਾਂ ਵਿੱਚ ਅੱਗ ਜਿਹੜੀ ਉਹ ਨੰਗੀ ਬਲਦੀ ਹੁੰਦੀ ਸੀ, ਤੇ ਉਹ ਠੰਡੀ ਕੁਝ ਹੋਣ ਕਰਕੇ ਉੱਪਰ ਲੱਗੇ ਵੀ ਜਿਵੇਂ ਸਵਾਹ ਪਈ ਹੋਈ ਹੈ, ਤੇ ਵਿੱਚ ਅੰਗਿਆਰ ਭਖ ਰਹੇ ਹੇਠਾਂ। ਇਹਨੂੰ ਕੋਈ ਬਹੁਤਾ ਭੇਤ ਹੈ ਨਹੀਂ ਸੀ ਇਸ ਆਵਿਆਂ ਦੇ ਉੱਪਰ ਚੱਲਣ ਚਲਾਉਣ ਦਾ। ਤੇ ਜਦੋਂ ਤੁਰਿਆ, ਉਹ ਗੁਰੂ ਅਰਜਨ ਦੇਵ ਮਹਾਰਾਜ ਦਾ ਇਹੋ ਜਿਹਾ ਵਾਕ ਸਿੱਧ ਹੋਇਆ, ਦੀ ਮੱਤ ਮਾਰੀ ਗਈ, ਸੁਆਹ ਦੇ ਉੱਪਰ ਚੜ੍ਹ ਗਿਆ। ਜਦੇ ਪੈਰ ਰੱਖਿਆ ਤਦੇ ਹੀ ਥੱਲੇ ਧਸ ਗਿਆ। ਬੜੀਆਂ ਛਾਲਾਂ ਜੀਆਂ ਮਾਰਦਾ ਤਾਂ ਨਿਕਲਣ ਵਾਸਤੇ, ਪਰ ਉਹਦੇ ਵਿੱਚ ਹੀ ਸੜ ਬਲ ਕੇ ਮੋ ਗਿਆ ਹੈ। ਕੱਢਦਿਆਂ ਨੂੰ ਸਾਰੀ ਚਮੜੀ ਸੜ ਗਈ ਹੈ। ਹੱਥੋਂ ਸ਼ਾਸਤਰ ਇਹਦਾ ਛੁੱਟ ਕੇ ਇਹਦਾ ਆਪਦਾ ਹੀ ਸ਼ਾਸਤਰ ਦੇ ਨਾਲ ਇਹਦਾ ਸਿਰ ਵੀ ਵੱਢ ਕੇ ਪਰਮੇਸ਼ਰ ਨੇ ਸੁੱਟ ਦਿੱਤਾ ਹੈ। ਤੋ ਇਸ ਤਰ੍ਹਾਂ ਦੀ ਘਟਨਾ ਸਾਧ ਸੰਗਤ ਜੀ ਇਹ ਪਾਪੀ ਹੰਕਾਰੀ ਦੇ ਨਾਲ ਵਾਪਰੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਸਿੱਖਾਂ ਨੂੰ ਡੋਲਦਿਆਂ ਵੇਖ ਕੇ ਇੱਕ ਬਚਨ ਉਚਾਰਿਆ ਸੀ, ਸੁਲਹੀ ਤੇ ਨਾਰਾਇਣ ਰਾਖ। ਇਹਨੂੰ ਭਵਿੱਖਵਤ ਬਚਨ ਵਾਚ ਲਓ, ਜਾਂ ਕਹੋ ਮਹਾਰਾਜ ਨੇ ਇਹ ਵਰਤਾਰਾ ਵਰਤਣ ਤੋਂ ਬਾਅਦ ਉਚਾਰਿਆ, ਜਾਣੋ ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ।
ਤੋ ਜਿਹੜੇ ਪਰਮੇਸ਼ਰ ਨੇ ਮਹਾਰਾਜ ਕਹਿੰਦੇ ਇਹਨੂੰ ਰਚਿਆ ਬਣਾਇਆ ਹੈ, ਉਹਦੇ ਨਾਲ ਹੀ ਆਡਾ ਲਾਉਂਦਾ, ਉਸ ਘਰ ਦੇ ਨਾਲ, ਉਸ ਦੇ ਨਾਮ ਜਪਣ ਵਾਲਿਆਂ ਨਾਲ। ਜਿਨ ਰਚਿਆ ਤਿਨ ਦੀਨਾ ਧਾਕ, ਜਿਨੇ ਬਣਾਇਆ ਹੈ ਉਹਨੇ ਹੀ ਧੱਕ ਦਿੱਤਾ ਹੈ ਮੌਤ ਵਾਲੇ ਪਾਸੇ। ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ, ਸੰਗਤ ਜੀ ਇਹ ਸਾਡਾ ਨਹੀਂ ਕੀਤਾ ਹੋਇਆ, ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਅਸੀਂ ਸਦਕੇ ਜਾਈਏ ਉਸ ਪਰਮੇਸ਼ਰ ਤੋਂ ਜਿਨ ਜਨ ਕਾ ਪੂਰਨ ਕੀਨੋ ਵਾਕ, ਜਿਸ ਪਰਮੇਸ਼ਰ ਨੇ ਸਾਡਾ ਸ਼ਬਦ ਬਚਨ ਪੂਰਾ ਕੀਤਾ ਹੈ, ਉਸ ਪ੍ਰਭੂ ਪਰਮੇਸ਼ਰ ਦੇ ਵਾਰ ਨੇ ਬਲਿਹਾਰ ਨੇ ਸਦਕੇ ਜਾਂਦੇ ਹਾਂ। ਤੋ ਇਸ ਤਰ੍ਹਾਂ ਸਾਧ ਸੰਗਤ ਜੀ, ਉਹ ਜਿਹੜਾ ਸੁਲਹੀ ਦਾ ਪੁੱਤਰ ਸੀ ਨਾ, ਉਹ ਕਹਿੰਦਾ ਹੈ ਪ੍ਰਿਥੀ ਚੰਦ ਨੂੰ ਵੀ ਤੂੰ ਮੇਰਾ ਪਿਤਾ ਮਾਰਿਆ ਹੈ, ਕਿਉਂਕਿ ਤੂੰ ਪਿੱਛੇ ਮੁੜ ਗਿਆ ਸੀ ਆਪ, ਤੇ ਧੋਖੇ ਦੇ ਨਾਲ ਤੈਂ ਇਹ ਕਾਰਜ ਕਰਵਾਇਆ ਹੈ। ਸਾਨੂੰ ਧੋਖੇ ਵਿੱਚ ਰੱਖਿਆ, ਇੱਥੇ ਕਾਹਨੂੰ ਲੈ ਕੇ ਆਉਣਾ ਸੀ। ਪ੍ਰਿਥੀ ਚੰਦ ਨੇ ਬੜੀਆਂ ਮਿੰਨਤਾਂ ਤਰਲੇ ਕੀਤੇ, ਚੁਸਤ ਸੀਗਾ, ਤੇ ਮਾਇਆ ਦੇ ਕੇ ਸੁਲਹੀ ਦੇ ਨਾਲ ਦੇ ਜਿਹੜੇ ਬੰਦੇ ਰਹਿ ਗਏ ਚੰਗੇ ਰਸੂਖ ਵਾਲੇ, ਉਹ ਸਾਰੇ ਖਰੀਦ ਲਏ, ਤੇ ਇਹਦੇ ਪੁੱਤਰ ਦੀ ਕੋਈ ਖਾਸ ਚੱਲੀ ਨਾ। ਉਹ ਖਿੱਚ ਧੂ ਕੇ ਸਮਝਾ ਕੇ ਵਰਗਲਾ ਕੇ ਸੁਲਹੀ ਦੇ ਪੁੱਤ ਨੂੰ ਦਿੱਲੀ ਲੈ ਗਏ। ਜਹਾਂਗੀਰ ਨੂੰ ਵੀ ਖਬਰ ਹੋ ਗਈ ਵੀ ਜਿਹੜਾ ਸੁਲਹੀ ਚਾੜ ਕੇ ਤੋਰਿਆ ਸੀ, ਉਹ ਜਾਂਦੇ ਭੱਠੇ ਵਿੱਚ ਪੈ ਕੇ ਸੜ ਮੁੱਕ ਗਿਆ, ਬਲ ਗਿਆ ਹੈ। ਤੋ ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਸੁਲਹੀ ਹੋਏ ਮੂਆ ਨਾਪਾਕ, ਅਪਵਿੱਤਰ ਗਿਣਿਆ ਜਾਂਦਾ ਅੱਗ ਵਿੱਚ ਸੜੇ ਹੋਏ ਮਨੁੱਖ ਨੂੰ, ਮੁਸਲਿਮ ਮੱਤ ਵਿੱਚ, ਇਸਲਾਮ ਵਿੱਚ ਵੀ ਤੇ ਹਿੰਦੂ ਮੱਤ ਵਿੱਚ ਵੀ। ਪ੍ਰਿਥੀ ਚੰਦ ਨੂੰ ਬੜਾ ਦੁੱਖ ਹੋਇਆ। ਫਿਰ ਪ੍ਰਿਥੀ ਚੰਦ ਇਹ ਸੋਚੇਗਾ ਅੱਗੇ ਜਿਵੇਂ ਪ੍ਰਸੰਗ ਆਉਣਾ ਵੀ ਕਿਉਂ ਨਾ ਹੁਣ ਆਪਾਂ ਚੰਦੂ ਨਾਲ ਗਾਂਢਾ ਸਾਂਢਾ ਕਰੀਏ। ਚਲੋ ਸੁਲਹੀ ਤਾਂ ਮਰ ਗਿਆ, ਪਰ ਚੰਦੂ ਦਾ ਵੀ ਤਾਂ ਵੈਰ ਹੈ ਆ ਨਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਨਾਲ। ਇਹਨਾਂ ਰਿਸ਼ਤੇ ਦੀ ਗੱਲ ਕਰਕੇ ਕਿਉਂ ਨਾ ਮੈਂ ਚਿੱਠੀ ਲਿਖਾਂ। ਪਰ ਉਧਰੋਂ ਚੰਦੂ ਦੀ ਪਹਿਲਾਂ ਹੀ ਚਿੱਠੀ ਪ੍ਰਿਥੀ ਚੰਦ ਨੂੰ ਆ ਗਈ। ਉਹ ਜਿਵੇਂ ਚੰਦੂ ਦੀ ਚਿੱਠੀ ਪਹੁੰਚੀ ਪ੍ਰਿਥੀ ਚੰਦ ਕੋਲ, ਪ੍ਰਿਥੀ ਚੰਦ ਬੜਾ ਖੁਸ਼ ਹੋਇਆ। ਸਾਰਾ ਪ੍ਰਸੰਗ ਅੱਜ ਆਵੇਗਾ, ਚਿੱਤ ਬਿਰਤੀ ਨੂੰ ਇਕਾਗਰ ਕਰ ਸ਼ਰਵਣ ਕਰੀਏ ਜੀ। ਸਤਿਗੁਰਾਂ ਦੇ ਚਰਨੀ ਹਾਜ਼ਰੀ ਲਵਾਓ, ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਹੁੰਚੀ ਕੇਤਕ ਦਇਓ ਸਮਹਿ। ਤੋ ਕਵੀ ਜੀ ਕਹਿੰਦੇ ਕੁਝ ਕੁ ਮਹੀਨੇ ਜਦੋਂ ਜਾਂ ਵਾਹਿਗੁਰੂ ਦਿਨ ਹੋ ਗਏ ਹਨ ਇਹ ਸੁਲਹੀ ਮਰੇ ਹੋਏ ਨੂੰ। ਸੁਧ ਸਤਿਗੁਰ ਕੇ ਪਾਸ ਸੜ ਕੇ ਬਲਣ ਦੀ ਸੁਧ ਗੁਰੂ ਅਰਜਨ ਦੇਵ ਮਹਾਰਾਜ ਨੂੰ ਤਾਂ ਪਤਾ ਹੀ ਪਾਤਸ਼ਾਹ ਨੂੰ, ਪਰ ਸਿੱਖਾਂ ਸੰਗਤਾਂ ਵਿੱਚ ਵੀ ਗੱਲ ਪ੍ਰਗਟ ਹੋ ਗਈ ਹੈ। ਮਿਲ ਸੰਗਤ ਉਤ ਸਭ ਕੀਓ, ਤੇ ਸੰਗਤਾਂ ਨੇ ਮਿਲ ਕੇ ਬੜਾ ਖੁਸ਼ੀਆਂ ਚਾਅ ਕੀਤੇ ਸੁਲਹੀ ਦੇ ਮਰਨ ਦੀ ਖਬਰ ਸੁਣ ਕਰਕੇ। ਦੁਸ਼ਟ ਮਹਾਲਖ ਨਾਸ਼ ਜਾਣਿਆ ਵੀ ਜਿਹੜਾ ਮਹਾਨ ਦੁਸ਼ਟ ਸੀ ਨਾ ਗੁਰੂ ਘਰ ਤੇ ਚੜ ਕੇ ਆਇਆ ਪਾਪੀ ਹੰਕਾਰੀ ਸੁਲਹੀ, ਉਹ ਭੱਠ ਵਿੱਚ ਪੈ ਕੇ ਸੜ ਕੇ ਬਲ ਕੇ ਔਖਾ ਦੁਖੀ ਹੋ ਕੇ ਮਰ ਗਿਆ ਹੈ। ਚੌਪਈ ਪੰਚਾਮ੍ਰਿਤ ਕਰਵਾਏ ਕਨੇਰਾ। ਤੇ ਸੰਗਤਾਂ ਪੰਚਮ ਕੜਾ ਪ੍ਰਸ਼ਾਦ ਦੀ ਬੜੀ ਖੁੱਲੀ ਦੇਗ ਕਰਾ ਰਹੀਆਂ ਹਨ। ਸਤਿਗੁਰ ਕੋ ਜਸ ਕਰਹਿ ਉਚੇਰਾ। ਤੇ ਵਡਿਆਈ ਕਰਦੇ ਐ ਸਿੱਖ ਵੀ ਧੰਨ ਹਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਜਿਹੜੇ ਰੱਖਿਆ ਕਰਦੇ ਆ ਆਪਣੇ ਸਿੱਖਾਂ ਸੰਤਾਂ ਭਗਤਾਂ ਦੀ। ਵੇਖ ਲੋ ਸੁਲਹੀ ਨੇ ਮੱਥਾ ਲਾਇਆ ਸੀ ਭਾਈ ਮਹਾਰਾਜ ਦੇ ਘਰ ਨਾਲ, ਤੇ ਉਹਦੀ ਕੀ ਹਾਲਤ ਹੋਈ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨਾਂ ਦੇ ਨਾਲ ਹੀ ਇਹ ਪਾਪੀ ਮੂਰਖ ਦਾ ਨਾਸ਼ ਹੋ ਗਿਆ। ਧੰਨ ਹੋ ਮਹਾਰਾਜ, ਆਪ ਧੰਨ ਹੋ। ਇਸ ਤਰ੍ਹਾਂ ਪਾਤਸ਼ਾਹ ਦੀ ਬੜੀ ਸੋਭਾ ਵਡਿਆਈ ਸੰਗਤਾਂ ਕਰਦੀਆਂ ਨੇ। ਬਾਰ ਬਾਰ ਸੋ ਸ਼ਬਦ ਪਠੰਤ। ਤੇ ਜਿਹੜਾ ਸ਼ਬਦ ਸਾਧ ਸੰਗਤ ਜੀ ਮਹਾਰਾਜ ਨੇ ਉਹ ਉਚਾਰਿਆ ਸੀ ਨਾ ਕਿ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ। ਉਹ ਸ਼ਬਦ ਸੰਗਤਾਂ ਵਾਰ ਵਾਰ ਸਾਰੇ ਸਿੱਖਾਂ ਦੀ ਜ਼ੁਬਾਨ ਤੇ ਇੱਕੋ ਹੀ ਸ਼ਬਦ ਇਹ ਸੁਲਹੀ
ਦੇ ਮਾਰਨੇ ਵਾਲਾ ਹੈ। ਜਿਸ ਤੇ ਸੁਲਹੀ ਮਰਿਓ ਦੁਖੰਤ। ਕਹਿੰਦੇ ਆ ਸ਼ਬਦ ਪੜੋ ਭਾਈ, ਸਾਰੀ ਸੰਗਤ ਉਹ ਸ਼ਬਦ ਪੜ੍ਹਦੀ ਹੈ ਜਿਹੜੇ ਸ਼ਬਦ ਦੇ ਨਾਲ ਮਹਾਰਾਜ ਨੇ ਸੁਲਹੀ ਨੂੰ ਮਾਰਿਆ ਤੇ ਦੁਖੀ ਹੋ ਕਰਕੇ ਪਾਪੀ ਮੋਇਆ ਹੈ। ਧੀਰਜ ਧਾਰ ਭਰੋਸਾ ਕਰਹੀ। ਸੰਗਤਾਂ ਧੀਰਜ ਰੱਖ ਕੇ ਗੁਰੂ ਅਰਜਨ ਦੇ ਪਾਤਸ਼ਾਹ ਤੇ ਅਥਾਹ ਭਰੋਸਾ ਕਰਦੀਆਂ ਹਨ। ਲਗ ਵਿਸਾਲ ਕਹਿ ਸ੍ਰੀ ਗੁਰਪੁਰਹੀ। ਤੇ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰਾਂ ਨੂੰ ਸਾਰੇ ਹੀ, ਕੋਈ ਛੋਟੇ ਆ ਕੋਈ ਵੱਡੇ ਆ, ਸਾਰੇ ਮਹਾਰਾਜ ਗਰੀਬ ਨਵਾਜ ਦੀ ਸ਼ੋਭਾ ਕਰਦੇ ਆ। ਤੇ ਉਸ ਦਿਨ ਸਾਧ ਸੰਗਤ ਜੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਵੀ ਇਸੇ ਸ਼ਬਦ ਦਾ ਹੋਇਆ, ਸੁਲਹੀ ਤੇ ਨਾਰਾਇਣ ਰਾਖ। ਸੁਲਹੀ ਕਾ ਹਾਥ ਕਹੀ ਨਾ ਪਹੁੰਚਾਇਆ, ਸੁਲਹੀ ਹੋਏ ਮੂਆ ਨਾ ਪਾਕ। ਇਸੇ ਹੀ ਪਵਿੱਤਰ ਸ਼ਬਦ ਦਾ ਕੀਰਤਨ ਹੋਇਆ। ਛੋਟੇ ਵੱਡੇ ਸਾਰੇ ਸੰਗਤਾਂ ਸਿੱਖ ਇਉਂ ਕਹਿੰਦੇ ਹਨ ਵੱਡੇ ਦੁਸ਼ਟ ਕੋ ਭਇਓ ਵਿਨਾਸ਼। ਕਿ ਭਾਈ ਖੁਸ਼ੀ ਦਾ ਦਿਨ ਹੈ, ਵੱਡੇ ਦੁਸ਼ਟ ਪਾਪੀ ਸੁਲਹੀ ਦਾ ਨਾਸ਼ ਹੋ ਗਿਆ ਹੈ। ਹੋਏ ਨਿਚਿੰਤ ਭੋਗਾ ਸੁਖ ਰਾਸ। ਤੇ ਹੁਣ ਸਾਰੀਆਂ ਸਿੱਖ ਸੰਗਤਾਂ ਆਨੰਦ ਮਾਣੋ, ਕਿਸੇ ਦਾ ਕੋਈ ਡਰ ਨਹੀਂ। ਪਰਮੇਸ਼ਰ ਪਾਤਸ਼ਾਹ ਨੇ ਬੜੀ ਦਇਆ ਕੀਤੀ ਹੈ। ਵੱਡੇ ਪਾਪੀ ਦਾ ਨਾਸ਼, ਗੁਰੂ ਘਰ ਦੇ ਦੋਖੀ ਦਾ ਨਾਸ਼ ਹੋ ਗਿਆ। ਸੁਖ ਭੋਗੋ, ਆਨੰਦ ਮਾਣੋ, ਬੇਫਿਕਰ ਹੋ ਕੇ ਸੰਗਤਾਂ ਦਰਸ਼ਨ ਦਿਦਾਰੇ ਕਰਨਾ। ਧੰਨ ਧੰਨ ਸ੍ਰੀ ਅਰਜਨ ਗੁਰੂ। ਧੰਨ ਹਨ ਭਾਈ, ਧੰਨ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਹਨ। ਬਾਕ ਸਿੰਘ ਜਿਨ ਕੇ ਰਿਪਤ ਰੁਰੂ। ਤੇ ਸੱਚੇ ਪਾਤਸ਼ਾਹ ਦੇ ਬਚਨ ਜਿਹੜੇ ਸ਼ੇਰ ਰੂਪ ਹੈ, ਦੁਸ਼ਮਣ ਰੂਪੀ ਮਿਰਗਾਂ ਨੂੰ ਖਤਮ ਕਰ ਦਿੰਦੇ ਆ। ਬ੍ਰਹਮ ਅਸਤਰ ਸਮਝਥਾ ਕਹੰਤੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਮੁਖੋਂ ਨਿਕਲੇ ਹੋਏ ਬਚਨ ਜਿਹੜੇ ਹੈ ਉਹ ਤ੍ਰੈਕਾਲ ਆਬਾਦ ਰੂਪ ਹੈ। ਜਿਵੇਂ ਬ੍ਰਹਮ ਅਸਤਰ ਨਿਕਲਿਆ ਹੋਇਆ ਕਮਾਨ ਚੋਂ ਖਾਲੀ ਨਹੀਂ ਨਾ ਜਾਂਦਾ, ਮੰਤਰਿਆ ਹੋਇਆ ਜਿਹੜਾ ਅਸਤਰ ਹੈ, ਛੱਡਿਆ ਹੋਇਆ ਤੀਰ ਬ੍ਰਹਮ ਅਸਤਰ ਖਾਲੀ ਨਹੀਂ ਜਾਂਦਾ, ਨਿਸ਼ਾਨੇ ਤੇ ਵੱਜਦਾ ਹੀ ਵੱਜਦਾ, ਜਿੰਨਾ ਮਰਜ਼ੀ ਕੋ ਦੌੜ ਲਏ। ਇਹ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਦੇ ਜਿਹੜੇ ਸ਼ਬਦ ਹੈ ਨਾ ਮੁਖੋਂ ਨਿਕਲੇ, ਸੰਗਤ ਕਹਿੰਦੀ ਉਹ ਬ੍ਰਹਮ ਅਸਤਰ ਵਰਗੇ ਆ ਭਾਈ। ਇਹ ਜਦੋਂ ਨਿਕਲਦੇ ਫਿਰ ਪੂਰੇ ਹੁੰਦੇ ਹੀ ਹੁੰਦੇ ਹਨ। ਕੋਟ ਜਤਨ ਤੇ ਬਚਹਿ ਨ ਹੰਤੇ। ਜਿਹੜਾ ਵੈਰੀ ਹੈ, ਕੋਈ ਦੋਖੀ ਜਿਹਨੂੰ ਬਚਨ ਹੋ ਜਾਣ ਮਹਾਰਾਜ ਦੇ, ਜਿੰਨਾ ਮਰਜ਼ੀ ਭਜ ਲਵੇ ਪਰ ਸਤਿਗੁਰਾਂ ਦੇ ਬਚਨ ਤੋਂ ਬਚ ਨਹੀਂ ਸਕਦਾ, ਨਾਸ਼ ਹੋ ਜਾਂਦਾ ਹੈ। ਜਬ ਤੇ ਸੁਲਹੀ ਜਰ ਮਰ ਗਇਓ। ਤੇ ਜਦੋਂ ਦਾ ਸਾਧ ਸੰਗਤ ਜੀ ਸੁਲਹੀ ਪਾਪੀ ਸੜ ਕੇ ਬਲ ਕੇ ਮਰ ਗਿਆ ਹੈ। ਚਿੰਤੋ ਦਿਧ ਮਹਿ ਪ੍ਰਿਥਿਆ ਭਇਓ। ਤੇ ਸੰਗਤਾਂ ਦਾ ਖੁਸ਼ੀ ਮਨਾਉਂਦੀਆਂ ਅੰਮ੍ਰਿਤਸਰ ਸਾਹਿਬ ਵਾਲੀਆਂ, ਤੇ ਪ੍ਰਿਥੀ ਚੰਦ ਬਹੁਤ ਦੁਖੀ ਹੋ ਰਿਹਾ ਹੈ। ਜਿੱਦਣ ਦਾ ਸੁਲਹੀ ਮਰਿਆ ਨੇ ਰੋਟੀ ਨਾ ਚੱਜ ਨਾਲ ਖਾਧੀ, ਨਾ ਨੀਂਦ ਪੈਂਦੀ ਹੈ, ਬਹੁਤ ਦੁਖੀ ਹੈ। ਘਟੀ ਅਨੇਕ ਉਤਾਰ ਚੜਾਵ ਹੈ। ਤੇ ਉਤਾਰ ਚੜਾਅ ਵਾਲੀਆਂ ਕਈ ਤਰ੍ਹਾਂ ਦੀਆਂ ਗਿਣਤੀਆਂ ਜਿਹੜੀਆਂ ਗਿਣਦਾ ਰਹਿੰਦਾ ਹੈ। ਨਿਸਬਾਸੁਰ ਝੂਰਤ ਦੁਖ ਪਾਵ ਹੈ। ਐਵੇਂ ਟੇਵੇ ਜੇ ਲਾਉਂਦਾ ਰਹਿੰਦਾ ਵੀ ਜੇ ਇਸ ਤਰ੍ਹਾਂ ਨਾ ਹੁੰਦਾ, ਜੇ ਇਸ ਤਰ੍ਹਾਂ ਨਾ ਹੁੰਦਾ, ਹੁਣ ਨੂੰ ਗੁਰੂ ਅਰਜਨ ਦੇਵ ਜੀ ਨੂੰ ਮਾਰ ਦੇਣਾ ਸੀ ਮੇਰੇ ਮਿੱਤਰ ਸੁਲਹੀ ਨੇ। ਇਸ ਤਰ੍ਹਾਂ ਦੇ ਟੇਵੇ ਜੇ ਲਾਉਂਦਾ ਹੈ ਦਿਨ ਰਾਤ, ਤੇ ਬੜਾ ਦੁਖੀ ਹੁੰਦਾ, ਝੂਰ ਰਿਹਾ ਹੈ। ਫੁਤੋ ਅਲੰਬ ਸੈਲ ਸਮ ਮੂਰਾ। ਤੇ ਸੋਚਦਾ ਮਨ ਵਿੱਚ ਵੀ ਜਿਹੜਾ ਸੁਲਹੀ ਮੇਰਾ ਬੜਾ ਪੱਕਾ ਮਿੱਤਰ ਸੀ, ਤੇ ਸੁਲਹੀ ਮਿੱਤਰ ਜਿਵੇਂ ਪਹਾੜ ਵਾਂਗੂ ਮੇਰਾ ਪੱਕਾ ਦੋਸਤ ਮਿੱਤਰ ਸੀ, ਮੈਨੂੰ ਆਸਰਾ ਸੀ ਸੁਲਹੀ ਦਾ ਪਹਾੜ ਵਾਂਗਰਾ। ਭਾਵੀ ਬੱਜਰ ਅਚਾਨਕ ਫੋਰਾ। ਪਰ ਪਤਾ ਨਹੀਂ ਕੀ ਇਹ ਭਾਵੀ ਪਰਮੇਸ਼ਰ ਦੀ ਹੋਈ, ਤੇ ਇਸ ਤਰ੍ਹਾਂ ਭਾਵੀ ਰੂਪ ਬੱਜਰ ਨੇ ਮੇਰੇ ਪਹਾੜ ਵਰਗੇ ਮਿੱਤਰ ਨੂੰ ਭੰਨ ਸੁੱਟਿਆ ਹੈ। ਜਿਸਨੇ ਮੇਰੋ ਮਾਣ ਵਧਾਇਓ। ਜਿਸ ਸੁਲਹੀ ਨੇ ਸ਼ਾਹ ਦੇ ਦਰਬਾਰ ਵਿੱਚ ਮੇਰਾ ਬੜਾ ਮਾਣ ਸਤਿਕਾਰ ਵਧਾਇਆ ਹੋਇਆ ਸੀ। ਗ੍ਰਾਮ ਸ਼ਾਹੋ ਤੇ ਕਹਿ ਦਿਲ ਬਾਇਓ। ਇਹ ਉਹਦੇ ਅਹਿਸਾਨ ਗਿਣ ਗਿਣ ਕੇ ਰੋਂਦਾ ਹੈ ਵੀ ਵੇਖੋ ਜਦੋਂ ਮੇਰੇ ਤੇ ਦੁੱਖ ਸੀਗਾ, ਅੰਮ੍ਰਿਤਸਰੋਂ ਮੈਂ ਨਿਕਲ ਗਿਆ ਸੀ ਤੇ ਸੁਲਹੀ ਨੇ ਕਹਿ ਕਵਾ ਕੇ ਮੈਨੂੰ ਇੱਕ ਪਿੰਡ ਦਵਾ ਦਿੱਤਾ ਸੀ ਜਹਾਂਗੀਰ ਤੋਂ ਗੁਜ਼ਾਰੇ ਵਾਸਤੇ। ਸਦਾ ਚਹਿਤ ਰਹਿ ਕਰਬੇ ਆਛੋ। ਉਹ ਮੇਰਾ ਵਿਚਾਰਾ ਮਿੱਤਰ ਸਦਾ ਮੇਰਾ ਭਲਾ ਲੋਚਦਾ ਮਰ ਗਿਆ ਹੈ। ਮੈਂ ਤਿਸ ਤੇ ਨਿਤ ਨਿਜ ਹਿਤ ਬਾਂਛੋ। ਤੇ ਮੈਂ ਰੋਜ਼ ਹੀ ਬਸ ਸੁਲਹੀ ਤੋਂ ਆਪਦੇ ਭਲੇ ਦੀ ਇੱਛਾ ਰੱਖਦਾ ਸਾਂ। ਮੈਂ ਜਾਣਦਾ ਸਾਂ ਕਿ ਜੇ ਮੇਰੀ ਕੋਈ ਸਹਾਇਤਾ ਕਰ ਸਕਦਾ ਹੈ ਤੇ ਕੇਵਲ ਸੁਲਹੀ ਹੈ। ਜਿਸ ਅਲੰਬ ਹਾਂ ਸਦਾ ਸੁਖਾਰੂ। ਤੇ ਰੋਂਦਾ ਕਹਿੰਦਾ ਹੈ ਮੇਰੇ ਪਰਮੇਸ਼ਰ ਰੱਬਾ, ਜਿਸ ਸੁਲਹੀ ਦੇ ਆਸਰੇ ਕਰਕੇ ਮੈਂ ਸਦਾ ਸੌਖਾ ਸਾਂ,
ਮੈਂ ਕੋਈ ਪਰਵਾਹ ਨਹੀਂ ਕਰਦਾ ਸੀ ਕਿਸੇ ਦੀ। ਕਰਤ ਪ੍ਰਤੀਖਣ ਅਨੁਜ ਸੰਘਾਰੋ। ਤੇ ਬੜੇ ਚਿਰ ਦੀ ਮੈਂ ਉਡੀਕ ਕਰਦਾ ਸੀ ਵੀ ਸੁਲਹੀ ਚੜ ਕੇ ਆਵੇਗਾ ਤੇ ਮੇਰੇ ਛੋਟੇ ਭਰਾ ਵੈਰੀ ਗੁਰੂ ਅਰਜਨ ਦੇਵ ਨੂੰ ਮਾਰੇਗਾ। ਸ਼ਾਹੋ ਸਭਾ ਸਭ ਆਪਣੀ ਜਾਣਤ। ਤੇ ਸੁਲਹੀ ਦੇ ਸਿਰ ਤੇ ਹੀ ਮੈਂ ਬਾਦਸ਼ਾਹ ਜਹਾਂਗੀਰ ਦੀ ਸਾਰੀ ਕਚਹਿਰੀ ਨੂੰ ਆਪਦੀ ਜਾਣਦਾ ਸਾਂ। ਮੈਨੂੰ ਪਤਾ ਸੀ ਵੀ ਕੋਈ ਗੱਲ ਬਣੀ ਸੁਲਹੀ ਨੇ ਮੈਨੂੰ ਰੱਖ ਲੈਣਾ, ਬਚਾ ਲੈਣਾ ਹੈ। ਇਸ ਬੈਠੇ ਪਿਖ ਬੁਰਾ ਨ ਠਾਨਤ। ਇਹਦੇ ਸੁਲਹੀ ਦੇ ਬੈਠਿਆਂ ਹੋਇਆਂ ਕੋਈ ਮੇਰੇ ਵੱਲ ਮਾੜੀ ਅੱਖ ਨਹੀਂ ਵੇਖ ਸਕਦਾ ਸੀ, ਮੇਰਾ ਬੁਰਾ ਨਹੀਂ ਕਰ ਸਕਦਾ ਸੀ। ਕਿਸੇ ਵੈਰੀ ਦੀ ਮੈਨੂੰ ਪਰਵਾਹ ਨਹੀਂ ਸੀ ਸੁਲਹੀ ਦੇ ਜਿਉਂਦਿਆਂ। ਸ਼ਤਰੂ ਕੇ ਘਰ ਸ਼ਾਦੀ ਹੋਵੇ। ਵੇਖੋ ਪਰਮੇਸ਼ਰ ਨੇ ਕੀ ਕੀਤਾ ਮੇਰੇ ਨਾਲ। ਮੇਰੇ ਦੁਸ਼ਮਣ ਅਰਜੁਨ ਦੇਵ ਦੇ ਘਰੇ ਤਾਂ ਖੁਸ਼ੀਆਂ ਹੋ ਰਹੀਆਂ, ਕਿਧਰੇ ਪੁੱਤ ਦੇ ਵਿਆਹ ਕਰ ਰਿਹਾ ਹੈ। ਮੁਝ ਤੇ ਅਬਹਿ ਤਰਾਸ ਕੋ ਖੋਵੈ। ਤੇ ਹੁਣ ਜਦੋਂ ਸੁਲਹੀ ਮਰ ਗਿਆ ਉਹਦਾ ਡਰ ਵੀ ਲੈ ਜਾਣਾ ਹੈ। ਹੁਣ ਗੁਰੂ ਅਰਜਨ ਦੇਵ ਮੇਰੇ ਦੁਸ਼ਮਣ ਨੇ ਮੈਥੋਂ ਜਮਾਂ ਨਹੀਂ ਡਰਨਾ, ਉਹਦਾ ਸਾਰਾ ਡਰ ਡੁੱਕਰ ਲੈ ਗਿਆ ਹੈ। ਆਪਣੀ ਅਜਮਤ ਨਰਨ ਜਨਾਵੈ। ਤੇ ਹੁਣ ਗੁਰੂ ਅਰਜਨ ਦੇਵ ਮੇਰਾ ਭਰਾਤਾ ਆਪਦੀ ਸ਼ਕਤੀ ਨੂੰ ਦੂਜਿਆਂ ਲੋਕਾਂ ਦੇ ਵਿੱਚ ਜਣਾਵੇਗਾ ਵੀ ਵੇਖਿਆ ਮੇਰੇ ਤੇ ਚੜ ਕੇ ਆਇਆ ਸੀ। ਭਾਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਤਾਂ ਐਸੇ ਨਹੀਂ, ਮਹਾਰਾਜ ਨੇ ਤਾਂ ਪ੍ਰਗਟ ਕਰ ਹੀ ਦਿੱਤਾ ਵੀ ਪਰਮੇਸ਼ਰ ਹੀ ਹੈ ਜਿਹਨੇ ਸਾਡਾ ਬਚਨ ਪੂਰਾ ਕੀਤਾ। ਉਹ ਅਕਾਲ ਪੁਰਖੀ ਕਰਨ ਵਾਲਾ ਹੈ, ਰੱਖਿਆ ਆਪਦੇ ਸਿੱਖਾਂ ਸੰਤਾਂ ਭਗਤਾਂ ਦੀ। ਤੇ ਇਹ ਪ੍ਰਿਥੀ ਚੰਦ ਮਨ 'ਚ ਸੋਚਦਾ ਵੀ ਹੁਣ ਗੁਰੂ ਅਰਜਨ ਦੇਵ ਜੀ ਬੜਾ ਵਿਖਾਵਾ ਕਰਨਗੇ ਵੀ ਮੈਂ ਇਸ ਤਰ੍ਹਾਂ ਬਚਨ ਦੇ ਨਾਲ ਹੀ ਸੁਲਹੀ ਮਾਰ ਦਿੱਤਾ ਹੈ। ਕਹਿ ਕਹਿ ਸੰਗਤ ਤੇ ਪੁਜਵਾਵੈ। ਤੇ ਕਹਿ ਕੇ ਆਪਦੀ ਸੋਭਾ ਤੇ ਸੰਗਤ ਤੋਂ ਪੂਜਾ ਹੋਰ ਕਰਾਉਣਗੇ। ਤਿਸ ਕੋ ਸੁਤਲੇ ਗੁਰ ਤਾ ਗਾਦੀ। ਤੇ ਮੈਂ ਵੀ ਹਿਸਾਬ ਲਾ ਲਿਆ ਹੈ ਵੀ ਹੁਣ ਗੁਰੂ ਅਰਜਨ ਦੇਵ ਸਾਹਿਬ ਤੋਂ ਬਾਅਦ ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਤਾ ਲੈ ਲੈਣੀ ਹੈ। ਗੁਰੂ ਹਰਗੋਬਿੰਦ ਸਾਹਿਬ ਦਾ ਬੜਾ ਹੀ ਪ੍ਰਤਾਪ ਹੈ। ਮਨ ਭਾਵਤ ਲਖ ਠਾਨਹਿ ਸ਼ਾਦੀ। ਮਨ ਭਾਉਂਦੇ ਖੁਸ਼ੀਆਂ ਖੇੜੇ ਆਨੰਦ ਮਾਣਿਆ ਕਰਨਗੇ। ਮਿਹਰਬਾਨ ਮਮ ਸੁਤ ਕਿਆ ਕਰੈ। ਤੇ ਝੂਰਦਾ ਹੈ ਵੀ ਜਦੋਂ ਮੈਂ ਮਰ ਜਾਵਾਂਗਾ ਤੇ ਮੇਰਾ ਪੁੱਤ ਜਿਹੜਾ ਮਿਹਰਬਾਨ ਹੈ ਵੀ ਕੱਲਾ ਤੇ ਭਲਾ ਮਿਹਰਬਾਨ ਵੀ ਕੀ ਕਰੇਗਾ, ਕੱਲਾ ਰਹਿ ਜਾਵੇਗਾ। ਫੇਰ ਸ਼ਰੀਕਣ ਕੋ ਦੁਖ ਭਰੈ। ਤੇ ਉਹਨਾਂ ਦਾ ਇੰਨਾ ਕੰਮ ਕਾਜ ਹੈ, ਕਿੰਨੀ ਸੋਭਾ ਸੰਸਾਰ ਸਾਰਾ ਗੁਰੂ ਅਰਜਨ ਦੇਵ ਦੇ ਘਰੀਂ ਝੁਕਦਾ ਹੈ। ਤੇ ਮੇਰਾ ਪੁੱਤ ਕੱਲਾ ਰਹਿ ਗਿਆ ਤੇ ਸ਼ਰੀਕਾਂ ਵੱਲ ਵੇਖ ਵੇਖ ਕੇ ਬੜਾ ਦੁਖੀ ਹੋਵੇਗਾ। ਵਿਪਤਾ ਵਿਪਦਾ ਪਰੀ ਆਣ ਕਰ ਮੋਹੀ। ਆ ਕਿਹੋ ਜੀ ਵਿਪਦਾ ਆਣ ਮੇਰੇ ਉੱਪਰ ਪੈ ਗਈ, ਕਿਹੜੀਆਂ ਮੁਸ਼ਕਲਾਂ ਵਿੱਚ ਫਸ ਗਿਆ ਹਾਂ। ਅਬ ਮਮ ਕੌਣ ਆਸਰੋ ਹੋਹੀ। ਸੁਲਹੀ ਮਰ ਗਿਆ, ਹੁਣ ਭਲਾ ਮੇਰਾ ਕੌਣ ਆਸਰਾ ਹੋਵੇਗਾ। ਨਹੀਂ ਸ਼ਰੀਰਨ ਕੋ ਵਿਸ਼ਵਾਸ। ਸ਼ਰੀਕਣ ਇੱਥੇ ਸ਼ਰੀਕਣ ਪਾਸ ਹੈ ਤੋ ਇਹ ਕਹਿੰਦਾ ਵੀ ਸ਼ਰੀਕਾਂ ਮੇਰਿਆਂ ਦਾ ਹੁਣ ਮੈਨੂੰ ਕੀ ਭਰੋਸਾ ਹੈ, ਦੁਸ਼ਮਣ ਮੇਰੇ ਬਹੁਤ ਹਨ। ਸੁਲਹੀ ਸਮਛਿਨ ਮਹਿ ਹੋਏ ਨਾਸ। ਜਾਂ ਸ਼ਰੀਰਨ ਪਾਠ ਹੀ ਹੈ। ਤੇ ਉਹ ਪ੍ਰਿਥੀ ਚੰਦ ਕਹਿੰਦਾ ਵੀ ਸਰੀਰਾਂ ਦਾ ਕੀ ਭਰੋਸਾ ਹੈ, ਵੀ ਜਿਵੇਂ ਸੁਲਹੀ ਚੜ੍ਹਾਈ ਕਰ ਗਿਆ ਤੇ ਮੇਰੇ ਦੇਹ ਦਾ ਕੀ ਹੈ, ਸਰੀਰ ਕਿਹੜਾ ਸਦਾ ਰਹਿਣੇ ਆ। ਕੀ ਆ ਜਿਵੇਂ ਸੁਲਹੀ ਮਰ ਗਿਆ, ਕੱਲ ਪਰਸੋਂ ਮੈਂ ਵੀ ਚੜ੍ਹਾਈ ਕਰ ਜਾਵਾਂ। ਮੁਝ ਪਾਛੇ ਸੁਤ ਹੋਏ ਇਕੇਲਾ। ਤੇ ਦੁੱਖ ਬੜਾ ਮੈਨੂੰ, ਮੇਰੇ ਮਗਰੋਂ ਮੇਰਾ ਪੁੱਤ ਮਿਹਰਬਾਨ ਕੱਲਾ ਰਹਿ ਜਾਣਾ ਹੈ। ਕਿਸ ਕੇ ਰਹਿ ਅਲੰਬ ਸੁਹੇਲਾ। ਮੇਰਾ ਪੁੱਤਰ ਕੱਲਾ ਇੱਥੇ ਬਗਾਨੇ ਦੇਸ਼ ਵਿੱਚ ਮਾਲ ਵਿੱਚ ਕਿਹਦੇ ਆਸਰੇ ਰਹਿ ਜਾਵੇਗਾ। ਕੋਈ ਇੱਥੇ ਰਿਸ਼ਤੇਦਾਰ ਸ਼ਰੀਕ ਵੀ ਨਹੀਂ ਹੈ। ਅਪਰ ਉਪਾਏ ਬਨ ਤਿਨਹਿ ਨ ਕੋਈ। ਤੇ ਹੋਰ ਮੇਥੋਂ ਕੋਈ ਉਪਾਅ ਨਹੀਂ ਬਣ ਰਿਹਾ, ਕੋਈ ਹੀਲਾ ਕੋਈ ਉਦਮ ਮੇਰਾ ਕੰਮ ਨਹੀਂ ਆ ਰਿਹਾ ਹੈ। ਇੱਕ ਚੰਦੂ ਅਰਜਨ ਰਿਪ ਹੋਈ। ਤੇ ਸੁਲਹੀ ਤਾਂ ਮਰ ਗਿਆ ਹੈ ਤੇ ਹੁਣ ਹੋਰ ਕਿਨੇ ਮੇਰੀ ਗੱਲ ਸੁਣਨੀ ਹੈ। ਤੇ ਫਿਰ ਸੋਚਦਾ ਹਾਂ ਇੱਕ ਹੈ ਵੀ ਚੰਦੂ ਹੈ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਦਾ ਬੜਾ ਦੁਸ਼ਮਣ ਹੈ। ਤਿਸ ਦੀਵਾਨ ਸੋ ਕੌਣ ਮਿਲਾਵੈ। ਤੇ ਪਰ ਹੁਣ ਉਹ ਦੀਵਾਨ ਏਡਾ ਵੱਡਾ ਅਹੁਦੇਦਾਰ ਹੈ ਤੇ ਮੈਂ ਮਲੰਗ, ਤੇ ਮੈਨੂੰ ਕੌਣ ਮਿਲਾਵੇਗਾ। ਵੀ ਕੋਈ ਇਹੋ ਜਿਹਾ ਵਿੱਚ ਵਿਚੋਲਾ ਲੱਭ ਜਾਵੇ ਜਿਹੜਾ ਮੈਨੂੰ ਚੰਦੂ ਦੇ ਨਾਲ ਮਿਲਾ ਦੇਵੇ, ਪਰ ਮਿਲਾਉਣਾ ਕਿੰਨੇ ਕੋਈ ਦਿਸਦਾ ਨਹੀਂ ਹੈ। ਕਹਿ ਗੁਰ ਮੇਰੋ ਸੁਝਾ ਸੋ ਸੁਨਾਵੈ। ਕੋਈ ਇਹੋ ਜਿਹਾ ਮਨੁੱਖ ਹੋਵੇ ਮੈਨੂੰ ਚੰਦੂ ਨਾਲ ਮਿਲਾਵੇ ਤੇ ਮੈਨੂੰ ਗੁਰੂ ਦੱਸੇ ਵੀ ਪ੍ਰਿਥੀ ਚੰਦ ਗੁਰੂ ਹੈ, ਅਸਲੀ ਵਾਰਸ ਗੁਰਿਆਈ ਦਾ ਗੁਰਤਾ ਦਾ ਉਹ ਹੈ, ਸੋਢੀਆਂ ਚੋਂ ਵੱਡਾ ਹੈ।
ਤੇ ਉਹ ਇਹ ਦੱਸੇ ਵੀ ਪ੍ਰਿਥੀ ਚੰਦ ਗੁਰੂ ਹੈ, ਮੇਰੇ ਬੜੇ ਗੁਣ ਜਿਹੜੇ ਕਰਾਮਾਤਾਂ ਵਾਲੇ ਉਹ ਸੁਣਾ ਕੇ ਚੰਦੂ ਨੂੰ ਪ੍ਰਸੰਨ ਕਰ ਲਵੇ। ਜਿਸ ਤੇ ਅਦਬ ਸਾਥ ਮੋਹਿ ਮਿਲੇ। ਤੇ ਜਿਸ ਕਰਕੇ ਜਦੋਂ ਮੈਂ ਜਾਵਾਂ ਕਿਤੇ ਤੇ ਚੰਦੂ ਆਪ ਮੈਨੂੰ ਅੱਗੋਂ ਉੱਠ ਕੇ ਸਤਿਕਾਰ ਦੇ ਨਾਲ ਮਿਲ ਪਵੇ। ਕਰਾਂ ਚਿਨਾਰੀ ਦਿੱਲੀ ਚੱਲੇ। ਦਿੱਲੀ ਜਾ ਕਰਕੇ ਮੈਂ ਜਾਣ ਪਛਾਣ ਕਰ ਲਵਾਂਗਾ ਬਾਦਸ਼ਾਹ ਦੇ ਨਾਲ ਵੀ। ਤਿਸ ਕੋਲੇ ਅਲੰਬ ਮੈਂ ਰਹੂੰ। ਤੇ ਚੰਦੂ ਦਾ ਆਸਰਾ ਜਾ ਲੈ ਕੇ ਮੈਂ ਕੁਝ ਸਮਾਂ ਦਿੱਲੀ ਵਿੱਚ ਹੀ ਰਹਿ ਜਾਵਾਂਗਾ। ਅਨੁਜ ਸੰਘਾਰਣ ਕੀ ਬਿਦ ਕਹੂੰ। ਉਥੇ ਮੈਂ ਚੰਦੂ ਦੇ ਕੰਨ ਭਰਾਂਗਾ ਤੇ ਸਕੀਮਾਂ ਘੜ ਕੇ ਦੇਵਾਂਗਾ। ਮੈਂ ਭੇਤੀ ਜੂਆਂ ਗੁਰੂ ਅਰਜਨ ਦੇਵ ਦੇ ਘਰ ਦਾ ਤੇ ਸਾਰੀਆਂ ਸਕੀਮਾਂ ਘੜ ਕੇ ਦੱਸਾਂਗਾ ਵੀ ਕਿਵੇਂ ਗੁਰੂ ਅਰਜਨ ਦੇਵ ਜੀ ਨੂੰ ਮਾਰਨਾ ਹੈ। ਇਤਿਆਦਿਕ ਨਿਤ ਗਟੀ ਗਿਨੰਤਾ। ਤੋ ਸਾਧ ਸੰਗਤ ਜੀ ਪ੍ਰਿਥੀ ਚੰਦ ਨਾ ਬੈਠਾ ਹੋਇਆ ਵਿਚਾਰਾ ਝੂਰਦਾ ਹੈ ਤੇ ਇਸ ਤੋਂ ਇਲਾਵਾ ਹੋਰ ਬੜੀਆਂ ਪੁੱਠੀਆਂ ਸਿੱਧੀਆਂ ਵਿਉਂਤਾਂ ਗਿਣਤੀਆਂ ਗਿਣਦਾ, ਕਿਉਂ ਬਾਣੀ ਤਾਂ ਪੜ੍ਹਨੀ ਨਹੀਂ। ਇਸ ਪਾਸੇ ਧਿਆਨ ਹੈ ਵੀ ਕਿਵੇਂ ਨੁਕਸਾਨ ਕਰਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ। ਹੋਰ ਬੜੀਆਂ ਪੁੱਠੀਆਂ ਸਿੱਧੀਆਂ ਵਿਉਂਤਾਂ ਘਾੜਤ ਘੜਦਾ ਹੈ। ਸਿਮਰ ਸਿਮਰ ਸੁਲਹੀ ਪਛਤੰਤਾ। ਤੇ ਸੁਲਹੀ ਨੂੰ ਬੜਾ ਯਾਦ ਕਰਦਾ ਹੈ, ਬੜਾ ਪਛੋਤਾਉਂਦਾ ਹੈ। ਅਬ ਗਮਨਤ ਹੀ ਰਿਪ ਗਹਿ ਲੇਤੋ। ਜੇ ਕਿਤੇ ਨਾ ਡਿੱਗ ਕੇ ਸੜਿਆ ਹੁੰਦਾ ਸੁਲਹੀ ਤੇ ਹੁਣ ਨੂੰ ਤਾਂ ਧੰਨ ਗੁਰੂ ਅਰਜਨ ਦੇਵ ਮੇਰੇ ਵੈਰੀ ਨੂੰ ਫੜ ਵੀ ਲਿਆ ਹੋਣਾ ਸੀ। ਕਰ ਕਹਿ ਕੈਦ ਮਾਰ ਪੁਨ ਦੇਤੋ। ਤੇ ਕੈਦ ਕਰਕੇ ਹੁਣ ਨੂੰ ਤਾਂ ਕਿਸੇ ਨੂੰ ਕਹਿ ਕਵਾ ਕੇ ਸੁਲਹੀ ਨੇ ਮਰਵਾ ਦੇਣਾ ਸੀ ਮੇਰੇ ਭਰਾਤਾ ਨੂੰ। ਸੋ ਨਹਿ ਪਾਇਓ ਆਪ ਮਰ ਗਇਓ। ਪਰ ਉਹ ਭਾਇਆ ਨਹੀਂ ਪਰਮੇਸ਼ਰ ਨੂੰ ਤੇ ਮਾਰਨ ਆਇਆ ਸੁਲਹੀ ਵਿਚਾਰਾ ਆਪ ਮਰ ਗਿਆ ਹੈ। ਭਾਵੀ ਆਏ ਅਚਾਨਕ ਹਇਓ। ਇਹਦੀ ਮੌਤ ਸੀ ਕੋਈ ਆਈ ਹੋਈ, ਅਚਾਨਕ ਹੀ ਨਾਸ਼ ਕਰ ਗਈ ਸੁਲਹੀ ਦਾ। ਉਤ ਚੰਦੂ ਦੁਖੀਆ ਪਛਤਾਵੈ। ਤੇ ਸਾਧ ਸੰਗਤ ਜੀਓ, ਉੱਡਤੇ ਕੋ ਉੱਡਤਾ ਮਿਲੈ, ਤੁਰਦੇ ਕੋ ਤੁਰਦਾ, ਜੀਵਤੇ ਕੋ ਜੀਵਤਾ ਮਿਲੈ, ਮੋਏ ਕੋ ਮੋਆ। ਇਧਰ ਪ੍ਰਿਥੀ ਚੰਦ ਝੂਰਦਾ ਹੈ, ਦੁਖੀ ਹੈ। ਉਧਰ ਚੰਦੂ ਆਪਦੀ ਧੀ ਦਾ ਰਿਸ਼ਤਾ ਛੱਡਣ ਕਰਕੇ ਬੜਾ ਦੁਖੀ ਹੋ ਰਿਹਾ। ਇਹ ਇੱਥੇ ਝੁਰੀ ਜਾਂਦਾ ਹੈ ਤੇ ਚੰਦੂ ਦਿੱਲੀ ਝੁਰੀ ਜਾਂਦਾ ਹੈ। ਦੇਖੈ ਸੁਤਾ ਬਦਨ ਮੁਰਝਾਵੈ। ਆਪਣੀ ਪੁੱਤਰੀ ਨੂੰ ਘਰ ਵਿੱਚ ਵੇਖ ਕੇ ਚੰਦੂ ਦਾ ਮਨ ਜਿਹੜਾ ਬੜਾ ਮੁਰਝਾਇਆ ਰਹਿੰਦਾ ਹੈ। ਇਤਨੇ ਮਹਿ ਸੁਧ ਕਿਸੇ ਸੁਨਾਈ। ਤੇ ਇਹਨੇ ਨੂੰ ਨਾ ਕੋਈ ਇਧਰੋਂ ਅੰਮ੍ਰਿਤਸਰੋਂ ਲੰਘਿਆ ਟੱਪਿਆ ਸੁਣ ਕੇ ਖਬਰ ਜੀ ਹਰਗੋਬਿੰਦ ਸਾਹਿਬ ਦੇ ਵਿਆਹ ਦੀ, ਤੇ ਚੰਦੂ ਕੋਲ ਜਾ ਪਹੁੰਚਿਆ। ਇਹਨੇ ਆਣ ਸੁਣਾ ਦਿੱਤਾ ਹੈ। ਹਰ ਗੋਬਿੰਦ ਲਿਓ ਵਿਆਹ ਕਿ ਥਾਈ। ਹਾਂਜੀ, ਕਹਿੰਦਾ ਇਹ ਚੰਦੂ ਦੀ ਬਾਣ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਪੁੱਤਰ ਹਰਗੋਬਿੰਦ ਸਾਹਿਬ ਨੂੰ ਕਿਸੇ ਹੋਰ ਥਾਂ ਵਿਆਹ ਵੀ ਲਿਆਂਦਾ ਹੈ। ਉਹ ਨੂੰ ਵੀ ਆਪਣੇ ਘਰੇ ਲੈ ਆਏ ਹਨ। ਦਰਬ ਬ੍ਰਿੰਦ ਖਰਚਿਓ ਤਿਹ ਸਮੇਂ। ਤੇ ਸੁਣਿਆ ਗੁਰੂ ਅਰਜਨ ਦੇਵ ਸਾਹਿਬ ਨੇ ਵਿਆਹ ਤੇ ਬੜਾ ਦਰਬ ਬੜਾ ਦਾਨ ਕੀਤਾ, ਬਹੁਤ ਸ਼ਾਨੋ ਸ਼ੌਕਤ ਨਾਲ ਹਰਗੋਬਿੰਦ ਸਾਹਿਬ ਦਾ ਵਿਆਹ ਕਰ ਦਿੱਤਾ ਹੈ। ਚਾਹਾਂ ਦਿਸ਼ ਕੇ ਨਰ ਅਨਗਨ ਨਮੈ। ਚਾਰ ਚਫੇਰਿਆਂ ਚਾਰ ਦਿਸ਼ਾਵਾਂ ਦੇ ਦੇਸ਼ਾਂ ਵਿਦੇਸ਼ਾਂ ਦੇ ਲੋਕ ਵਿਆਹ ਤੇ ਆਏ। ਸਭ ਪਾਸੇ ਜੈ ਜੈਕਾਰ ਤੇ ਗੁਰੂ ਅਰਜਨ ਦੇਵ ਨੂੰ ਨਮਸਕਾਰਾਂ ਹੋਈਆਂ ਹਨ। ਸੁਨਤ ਮਨੋ ਕਿਨ ਬਰਛੀ ਮਾਰੀ। ਤੇ ਚੰਦੂ ਸੁਣ ਕੇ ਨਾ ਜਿਵੇਂ ਸਾਧ ਸੰਗਤ ਜੀ ਕਿਸੇ ਨੇ ਬਰਛੀ ਮਾਰ ਦਿੱਤੀ, ਕਲੇਜੇ ਵਿੱਚ ਐ ਦੁਖੀ ਹੋ ਗਿਆ ਹੈ। ਮੁਖ ਅਛਾਦ ਪੌਡਿਓ ਤਿਸ ਬਾਰੀ। ਤੇ ਮੂੰਹ ਦੇ ਉੱਤੇ ਲੈ ਕੇ ਕੱਪੜਾ ਤੇ ਦੜਮ ਦੇਣੇ ਆਪਣੇ ਆਸਣ ਦੇ ਉੱਪਰ ਡਿੱਗ ਪਿਆ, ਰੋਣ ਲੱਗਿਆ ਹੈ। ਚਿਤਵਤ ਦਨੀਆ ਰਹੀ ਕੁਮਾਰੀ। ਤੇ ਮਨ ਵਿੱਚ ਸੋਚਦਾ ਹੈ ਵੀ ਮੇਰੀ ਪੁੱਤਰੀ ਭਲਾ ਕੁਵਾਰੀ ਰਹਿ ਜਾਵੇ, ਕਿਉਂਕਿ ਹਰਗੋਬਿੰਦ ਸਾਹਿਬ ਵਰਗਾ ਪਹਿਲਾਂ ਤੱਕ ਦੱਸਦਾ ਸੀ ਖੂਹ ਦੀ ਮੋਰੀ ਦੱਸਦਾ ਸੀ ਮਹਾਰਾਜ ਦੇ ਘਰ ਨੂੰ, ਤੇ ਹੁਣ ਕਹਿੰਦਾ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਰਗੋਬਿੰਦ ਸਾਹਿਬ ਵਰਗਾ ਘਰ ਮੈਨੂੰ ਕਿਤੋਂ ਮਿਲਣਾ ਨਹੀਂ ਹੈ। ਜਾਤ ਵਿਖੈ ਪਤ ਗਈ ਹਮਾਰੀ। ਤੇ ਰਿਸ਼ਤਾ ਛੱਡਣ ਕਰਕੇ ਮੇਰੀ ਜਾਤ ਬਰਾਦਰੀ ਸ਼ਰੀਕੇ ਵਿੱਚ ਨੱਕ ਵੱਢੀ ਗਈ ਹੈ, ਮੇਰੀ ਇੱਜ਼ਤ ਗਵਾਚ ਗਈ ਹੈ। ਨਾਤਾ ਹਟਿਓ ਨ ਲੈ ਹੈ ਕੋਈ। ਤੇ ਹਟਿਆ ਹੋਇਆ ਨਾਤਾ ਗੁਰੂ ਘਰੋਂ ਭਲਾ ਕਿਸੇ ਚੰਗੇ ਸਿੱਖ ਨੇ ਤਾਂ ਲੈਣਾ ਨਹੀਂ, ਕੋਈ ਹੋਰ ਭਾਵੇਂ ਲੈ ਲਵੇ, ਕਿਉਂਕਿ ਗੁਰੂ ਅਰਜਨ ਦੇਵ ਦਾ ਸਾਰੇ ਹੀ ਸਤਿਕਾਰ ਕਰਦੇ ਆ ਨਾ। ਤੋ ਸਾਰਿਆਂ ਨੇ ਆਖਣਾ ਹੈ ਵੀ ਜਿਹੜੇ ਚੰਦੂ ਨੂੰ ਗੁਰੂ ਅਰਜਨ ਦੇਵ ਨੇ ਫਟਕਾਰਿਆ ਸੀ ਇਹਦਾ ਰਿਸ਼ਤਾ ਕਿਉਂ ਲਈਏ।
ਤੋ ਇਸ ਤਰ੍ਹਾਂ ਮਨ ਵਿੱਚ ਬੜਾ ਸੋਚਦਾ ਹੈ ਵੀ ਕਿਸੇ ਨੇ ਰਿਸ਼ਤਾ ਨਹੀਂ ਪ੍ਰਵਾਨ ਕਰਨਾ ਹੈ। ਮੁਸ਼ਕਲ ਆਨ ਮੋਹਿ ਕਹ ਹੋਈ, ਮੈਨੂੰ ਬੜੀ ਭਾਰੀ ਮੁਸ਼ਕਲ ਆਣ ਪਈ ਹੈ। ਤਨੀਆ ਦੁਖ ਦੇ ਤਨ ਦੇਖਣ ਤੇ ਆਛੋ, ਹਾਂ, ਧੀ ਦਾ ਦੁੱਖ ਦੇਖਣ ਦੇ ਨਾਲੋਂ ਤਾਂ ਪ੍ਰਾਨ ਹਾਨ ਆਪਣੇ ਕੋ ਬਾਂਛੋ। ਚੰਗਾ ਇਹ ਹੈ ਵੀ ਮੈਂ ਮਰ ਜਾਵਾਂ, ਮੇਰੇ ਜਾਨ ਨਿਕਲ ਜਾਵੇ, ਇਹ ਮੈਂ ਮੰਗਦਾ ਵੀ ਮੈਨੂੰ ਮੌਤ ਆ ਜਾਵੇ, ਇਹ ਦੁੱਖ ਵੇਖਣ ਨਾਲੋਂ ਤਾਂ ਚੰਗਾ। ਤਿਕ ਜੀਵਨ ਮੇਰੂ ਜਗ ਮਾਹੀ, ਐਡਾ ਵੱਡਾ ਅਹੁਦੇਦਾਰਾਂ ਪਰ ਲਾਹਣਤ ਹੈ ਜੰਮਣ ਤੇ ਮੇਰਾ ਜਿਉਣਾ ਹਰਾਮ ਹੋ ਗਿਆ ਹੈ। ਜਿਸ ਤਨੀਆ ਪਤ ਪ੍ਰਾਪਤ ਨਾਹੀ, ਜਿਸ ਦੇ ਪੁੱਤਰੀ ਨੂੰ ਇੱਜ਼ਤ ਪ੍ਰਾਪਤ ਨਹੀਂ ਹੋਈ ਹੈ, ਜਾਂ ਐਡਾ ਵੱਡਾ ਦੀਵਾਨ ਹੋ ਕਰਕੇ ਤੇ ਜਿਹੜਾ ਮਨ ਚਾਹੁੰਦਾ ਹੋਇਆ ਵਰ ਜਿਹੜਾ ਉਹ ਮੇਰੀ ਪੁੱਤਰੀ ਵਾਸਤੇ ਪ੍ਰਾਪਤ ਨਹੀਂ ਹੋਇਆ ਹੈ। ਨਾਤਾ ਫੇਰਿਓ ਰਹਿਓ ਸੁਖਾਰੋ, ਵੀ ਮੈਂ ਤਾਂ ਜਿਹਦੇ ਤੇ ਹੱਥ ਰੱਖ ਦਿੰਦਾ ਕਿਸੇ ਨਾ ਹੀ ਨਹੀਂ ਸੀ ਕਰਨੀ, ਪਰ ਇਹੋ ਜੀ ਹੋਣੀ ਹੋਈ ਹੈ ਵੀ ਮੇਰੀ ਪੁੱਤਰੀ ਦਾ ਰਿਸ਼ਤਾ ਉਹ ਜਿਹੜਾ ਪਸੰਦ ਕੀਤਾ ਅਸਾਂ ਘਰ ਉਹਨਾਂ ਇਨਕਾਰ ਕਰ ਦਿੱਤਾ ਹੈ। ਇਸ ਤਰ੍ਹਾਂ ਸੋਚਦਾ ਹੈ ਤੇ ਮੇਰਾ ਦਿੱਤਾ ਭੇਜਿਆ ਹੋਇਆ ਰਿਸ਼ਤਾ ਫੇਰ ਦਿੱਤਾ ਹੈ। ਸੋ ਮੁਝ ਤੇ ਨਹਿ ਗਇਓ ਸੰਘਾਰੋ, ਤੇ ਰਿਸ਼ਤਾ ਫੇਰਨ ਵਾਲੇ ਬੜੇ ਸੌਖੇ ਉਤਾਪ ਵਿਆਹ ਕਰਦੇ ਫਿਰਦੇ ਹਰਗੋਬਿੰਦ ਸਾਹਿਬ ਦਾ, ਗੁਰੂ ਅਰਜਨ ਦੇਵ ਜੀ ਵਰਗੇ। ਇਸ ਤਰ੍ਹਾਂ ਸੋਚ ਕੇ ਕਹਿੰਦਾ ਵੀ ਮੇਰੇ ਤੋਂ ਇਹ ਹੁਣ ਸਿਆਹ ਨਹੀਂ ਜਾਣਾ ਹੈ, ਤੇ ਮੇਥੋਂ ਵੱਡੀ ਗੱਲ ਇਹ ਹੈ ਵੀ ਆਪਦੇ ਦੁਸ਼ਮਣ ਨੂੰ ਕੁਝ ਕਿਹਾ ਵੀ ਨਹੀਂ ਗਿਆ, ਆਪਣੇ ਦੁਸ਼ਮਣਾਂ ਤੋਂ ਬਦਲਾ ਵੀ ਨਹੀਂ ਲੈ ਹੋਇਆ ਹੈ। ਸ਼ਾਹੋ ਦੀਵਾਨ ਹੁਕਮ ਮਮ ਚੱਲੈ, ਮੈਂ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਹੁੰਦਿਆਂ ਹੋਇਆਂ ਵੀ ਕੁਝ ਨਹੀਂ ਕਰ ਸਕਿਆ। ਮੇਰਾ ਜਿਹੜਾ ਹੈ ਹੁਕਮ ਉਹ ਸਾਰੇ ਸੰਸਾਰ ਤੇ ਚੱਲਦਾ ਹੈ। ਲੋਕ ਹਜ਼ਾਰੋਂ ਮੂੰਹ ਕਹ ਮਿਲੈ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮੈਨੂੰ ਸਿਰ ਝੁਕਾ ਕੇ ਮਿਲਦੇ ਹਨ। ਜਿਸਨੇ ਤਰਾਸ ਤਨਕ ਨਹੀਂ ਮਾਨਾ, ਪਰ ਵੇਖੋ ਗੁਰੂ ਅਰਜਨ ਦੇਵ ਜੀ ਨੇ ਰਿਸ਼ਤਾ ਮੋੜਨ ਲੱਗਿਆਂ ਥੋੜਾ ਵੀ ਮੇਰਾ ਡਰ ਨਹੀਂ ਮੰਨਿਆ, ਨਾਲੇ ਕੁੱਤਾ ਆਖਿਆ ਹੈ। ਮੈਂ ਨਾ ਤਿਦਾਰਕ ਤਿਸ ਸੋ ਠਾਨਾ, ਤੇ ਮੈਂ ਫਿਰ ਵੀ ਉਹਨਾਂ ਦਾ ਕੁਝ ਨਹੀਂ ਕਰ ਸਕਿਆ, ਤੇ ਉਹਨਾਂ ਇੰਨਾ ਕੁਝ ਕੀਤਾ ਮੇਰੇ ਨਾਲ। ਤੇ ਇਸ ਤਰ੍ਹਾਂ ਦੇ ਵਿਚਾਰ ਜਿਹੜਾ ਇਹ ਕਰ ਰਿਹਾ ਵੀ ਮੈਂ ਕੁਝ ਨਹੀਂ ਵਿਗਾੜ ਸਕਿਆ ਹਾਂ, ਉਹਨਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਮੈਂ। ਪ੍ਰਿਥਿਆ ਭਰਾਤ ਵਡੇਰੋ ਹੈ, ਫਿਰ ਸੋਚਦਾ ਮਨਾ ਵੀ ਜਿਹੜਾ ਪ੍ਰਿਥੀ ਚੰਦ ਹੈ ਨਾ, ਉਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸੁਣਿਆ ਵੀ ਵੱਡਾ ਭਰਾ ਹੈ। ਕੋਠੇ ਗ੍ਰਾਮ ਸੁਨਿਓ ਸੋ ਰਹੈ, ਤੇ ਇਹ ਵੀ ਸੁਣਿਆ ਵੀ ਗੁਰੂ ਕੇ ਕੋਠੇ ਮਾਲਵੇ ਵਿੱਚ ਰਹਿੰਦਾ ਹੈ। ਲਿਖਿਓ ਪਟਾ ਮੈਂ ਦੀਨੋ ਜਬੈ, ਤੇ ਮੈਂ ਜਦੋਂ ਇਹਨੇ ਪਟਾ ਲਿਖ ਕੇ ਦਿੱਤਾ ਸੀ ਜਹਾਂਗੀਰ ਬਾਦਸ਼ਾਹ ਨੇ, ਮੈਂ ਕੋਲ ਸੀ, ਮੇਰੇ ਵੀ ਜਿਹੜੇ ਮੋਹਰ ਲੱਗੀ ਸੀ, ਇਹਨੇ ਯਾਦ ਕੀਤਾ ਵੀ ਹਾਂ ਪ੍ਰਿਥੀ ਚੰਦ ਭਰਾ ਆ ਗੁਰੂ ਅਰਜਨ ਦੇਵ ਸਾਹਿਬ ਦਾ, ਸੁਣਿਆ ਉਹਦੇ ਨਾਲ ਈਰਖਾ ਵੀ ਬੜੀ ਕਰਦਾ, ਰੌਲਾ ਚੱਲਦਾ, ਮਹਾਰਾਜ ਤੋਂ ਗੱਦੀ ਗੁਰਤਾ ਲੈਣ ਨੂੰ ਫਿਰਦਾ ਹੈ। ਤੇ ਇੱਕ ਵਾਰੀ ਇੱਥੇ ਆਇਆ ਸੀ, ਇਹ ਸੋਚਦਾ ਮਨ ਵਿੱਚ, ਤੇ ਉਦੋਂ ਜਹਾਂਗੀਰ ਨੇ ਪਟਾ ਲਿਖ ਕੇ ਦਿੱਤਾ ਸੀ ਇੱਕ ਪਿੰਡ ਦਾ। ਤਿਸ ਕੋ ਤਰਾਸਦ ਲਿਖ ਹਾਂ ਅਬੈ, ਤੇ ਮੈਂ ਸੋਚਦਾ ਵੀ ਕਿਉਂ ਨਾ ਪ੍ਰਿਥੀ ਚੰਦ ਨੂੰ ਡਰਾ ਧਮਕਾ ਕੇ ਵੇਖ ਲਈਏ ਹੁਣ। ਅਨਜ ਆਪਣੇ ਕੋ ਸਮਝਾਵੈ, ਤੇ ਡਰਦਾ ਹੋਇਆ ਪ੍ਰਿਥੀਆ ਆਪਦੇ ਛੋਟੇ ਭਰਾ ਗੁਰੂ ਅਰਜਨ ਦੇਵ ਨੂੰ ਸਮਝਾਵੇਗਾ। ਨਾਹੇ ਤਾ ਕੋਠਾ ਗ੍ਰਾਮ ਛਿਨਾਵੈ, ਉਹਨੂੰ ਮੈਂ ਆਖਾਂਗਾ ਵੀ ਜਾਂ ਤਾਂ ਆਪਦੇ ਭਰਾ ਗੁਰੂ ਅਰਜਨ ਦੇਵ ਨੂੰ ਸਮਝਾ ਵੀ ਮੇਰੀ ਧੀ ਦਾ ਰਿਸ਼ਤਾ ਹਰਗੋਬਿੰਦ ਸਾਹਿਬ ਲਈ ਪ੍ਰਵਾਨ ਕਰ ਲੈਣ, ਨਹੀਂ ਤਾਂ ਜਿਹੜਾ ਜਹਾਂਗੀਰ ਬਾਦਸ਼ਾਹ ਤੋਂ ਮੈਂ ਪਿੰਡ ਤੈਨੂੰ ਦਵਾਇਆ ਨਾ, ਇਹ ਮੈਂ ਕਹਿ ਕੇ ਖਵਾ ਲੈਣਾ ਹੈ। ਦਿਓ ਬਿਗਾਰ ਕਾਰ ਮੈਂ ਸਾਰੋ, ਤੇ ਤੇਰਾ ਜਿਹੜਾ ਕਾਰੋਬਾਰ ਜਿਹੜਾ ਤੈਂ ਇੱਥੇ ਆਵੇ ਜੇ ਲਾਏ ਹੋਏ ਇੱਟਾਂ ਪਕਾਉਣ ਵਾਸਤੇ, ਸਾਰੇ ਮੈਂ ਭੰਨ ਤੁੜਵਾ ਦੇਵਾਂਗਾ, ਤੇਰਾ ਕਾਰੋਬਾਰ ਸਾਰਾ ਠੱਪ ਕਰ ਦੇਵਾਂਗਾ। ਸਹਿਤ ਕੁਟੰਬ ਗਹਾਂ ਦੁਖ ਪਾਰੋ, ਤੇ ਤੈਨੂੰ ਸਮੇਤ ਤੇਰੇ ਪੁੱਤ ਦੇ ਘਰ ਵਾਲੀ ਦੇ ਟੱਬਰ ਸਮੇਤ ਫੜ ਲਵਾਂਗਾ, ਪਕੜਾ ਦੇਵਾਂਗਾ, ਤੇ ਭਾਰੀ ਤਸੀਹੇ ਦੇ ਦੇਵਾਂਗਾ। ਨਿਰਭੈ ਕੀਨ ਅਨਾਦਰ ਮੋਰਾ, ਤੇਰੇ ਭਰਾ ਨੇ ਬੇਭੈ ਹੋ ਕਰਕੇ ਮੇਰਾ ਅਨਾਦਰ ਕੀਤਾ ਹੈ, ਬੇਪਤੀ ਕੀਤੀ ਹੈ। ਕਹਿ ਸੋ ਕਠੋਰ ਵਿਪਰ ਕੋ ਮੇਰਾ, ਮੋਰਾ ਮੋੜ ਦਿੱਤਾ ਹੈ, ਮੇਰੇ ਭੇਜੇ ਹੋਏ ਲਾਗੀ ਤੇ ਬ੍ਰਾਹਮਣ ਨੂੰ ਖਾਲੀ ਹੱਥ ਮੋੜ ਦਿੱਤਾ ਹੈ, ਰਿਸ਼ਤਾ ਨਹੀਂ ਪ੍ਰਵਾਨ ਕੀਤਾ, ਸਗੋਂ ਨਰਾਦਰ ਕੀਤਾ ਹੈ। ਲਿਖੀ ਪਤਰਿਕਾ ਆਪਨੋ ਜੋਰਾ, ਇਹ ਸੋਚ ਕੇ ਨਾ ਸਾਧ ਸੰਗਤ ਜੀ, ਚੰਦੂ ਪਾਪੀ ਨੇ ਪ੍ਰਿਥੀ ਚੰਦ ਨੂੰ ਫਿਰ ਇੱਕ ਚਿੱਠੀ ਲਿਖਣਾ ਕੀਤੀ, ਉਹਦੇ ਵਿੱਚ ਬੜਾ ਆਪਦਾ ਜ਼ੋਰ ਅਜਮਾਇਸ਼ ਜੀ ਵਿਖਾਈ ਹੈ। ਅਬ ਲਗ ਕਹੋ ਹਾਥ ਮੈਂ ਜੋਰਾ, ਚਿੱਠੀ 'ਚ ਲਿਖਿਆ ਉਹ ਪ੍ਰਿਥੀ ਚੰਦ
ਗੱਲ ਇਹ ਹੈ ਵੀ ਹੁਣ ਤੱਕ ਤਾਂ ਮੈਂ ਹੱਥ ਜੋੜ ਕੇ ਹੀ ਗੱਲ ਕਰਦਾ ਰਿਹਾ, ਨਿਮਰਤਾ ਦੇ ਨਾਲ ਗੱਲ ਕਰਦਾ ਰਿਹਾ, ਨਿਮਰਤਾ ਦੀ ਨਜ਼ਰ ਨਾਲ ਹੀ ਤੁਹਾਡੇ ਘਰ ਨੂੰ ਵੇਖਿਆ ਹੈ। ਨਾਤਾ ਮੋਰ ਸੁਤਾ ਨਹਿ ਮੋਰ। ਤੇ ਇਹ ਆਪਦੇ ਭਰਾ ਨੂੰ ਗੁਰੂ ਅਰਜਨ ਦੇਵ ਨੂੰ ਸਮਝਾ ਦਿਓ ਵੀ ਮੇਰੀ ਧੀ ਦਾ ਰਿਸ਼ਤਾ ਨਾ ਮੋੜੇ, ਹੁਣ ਮੈਂ ਭੇਜਾਂਗਾ ਫਿਰ। ਜਾਂ ਤੇ ਕਹਾਂ ਨਿਹੋਰ ਨਿਹੋਰ। ਇਸ ਲਈ ਮੈਂ ਵਾਰ-ਵਾਰ ਇਹ ਗੱਲ ਕਹਿ ਰਿਹਾ ਵੀ ਮੇਰੀ ਧੀ ਦਾ ਰਿਸ਼ਤਾ ਆਖ ਆਪਦੇ ਭਰਾ ਨੂੰ ਹੁਣ ਨਾ ਮੋੜਨਾ ਕਰੇ। ਅਬ ਲਗ ਮੈਂ ਕੁਛ ਨਹਿ ਨਾ ਬਿਗਾਰਾ। ਹੁਣ ਮੈਂ ਬੇਨਤੀ ਕਰਕੇ ਇੱਕ ਵਾਰੀ ਤਾਂ ਕਹਿਣਾ ਵੀ ਰਿਸ਼ਤਾ ਲੈ ਲਵੇ। ਹੁਣ ਤੱਕ ਤਾਂ ਮੈਂ ਤੁਹਾਡੇ ਪਰਿਵਾਰ ਦਾ ਕੁਝ ਨਹੀਂ ਵਿਗਾੜਿਆ ਹੈ। ਹੋਵੈ ਗੋਸਨ ਬੰਦ ਵਿਚਾਰਾ। ਕਿਉਂਕਿ ਮੈਂ ਵਿਚਾਰਦਾ ਵੀ ਚੱਲ ਕੋਈ ਨਹੀਂ, ਗੱਲ ਹੋ ਗਈ ਤੇ ਕੁਝ ਸਮਾਂ ਬਾਅਦ ਫਿਰ ਮੰਨ ਹੀ ਜਾਣਗੇ ਰਿਸ਼ਤਾ ਲੈਣ ਵਾਸਤੇ। ਮੈਂ ਤੁਹਾਡੇ ਘਰ ਦੇ ਨਾਲ ਸੰਬੰਧ ਜਾਣ ਕੇ ਵੀ ਚਲੋ ਕੋਈ ਨਹੀਂ, ਆਉਣ ਵਾਲੇ ਸਮੇਂ ਵਿੱਚ ਸੰਬੰਧ ਬਣ ਜਾਵੇਗਾ ਆਪਣੇ ਪਰਿਵਾਰਾਂ ਦਾ, ਫਿਰ ਗੱਲਾਂ ਭੁੱਲ ਜਾਣਗੀਆਂ। ਇਸ ਕਰਕੇ ਤੁਹਾਡਾ ਲਿਹਾਜ਼ ਕੀਤਾ ਹੈ। ਇਤਿਆਦਿਕ ਲਿਖ ਕਰ ਪਠ ਪਾਤੀ। ਤੇ ਜੇ ਨਾ ਰਿਸ਼ਤਾ ਲਿਆ ਨਾ ਸਮਝਾਓ ਆਪਦੇ ਭਰਾਤਾਂ ਨੂੰ, ਤੇ ਮੈਂ ਨਹੀਂ ਤਾਂ ਤੈਨੂੰ ਵੀ ਵਿੱਚ ਹੀ ਰਗੜਾਂਗਾ। ਕਿਉਂਕਿ ਚੰਦੂ ਜਾਣਦਾ ਵੀ ਗੁਰੂ ਅਰਜਨ ਦੇਵ ਸਾਹਿਬ ਨੂੰ ਤਾਂ ਭੈ ਨਹੀਂ ਕਿਸੇ ਦਾ, ਤੇ ਚੰਦੂ ਇਹ ਜਿਹੜਾ ਪ੍ਰਿਥੀ ਚੰਦ ਦੇ ਡਰਪੋਕ ਹੈ, ਤੇ ਦਬਕਾ ਜਾਂ ਮਾਰ ਕੇ ਚਿੱਠੀ ਲਿਖ ਕੇ ਤੇ ਇਹਨੇ ਦਿੱਲੀਓਂ ਇੱਕ ਮਨੁੱਖ ਭੇਜ ਦਿੱਤਾ ਹੈ। ਨਿਸ ਦਿਨ ਦੁਖ ਤੇ ਸੁਲਗਤ ਛਾਤੀ। ਇਹ ਵੀ ਲਿਖਿਆ ਵੀ ਮੇਰੀ ਛਾਤੀ ਸੁਲਗਦੀ ਰਹਿੰਦੀ ਹੈ, ਦਿਨ ਰਾਤ ਗਿੱਲੇ ਗੋਹੇ ਵਾਂਗਰਾਂ। ਚੱਲ ਦਿੱਲੀ ਤੇ ਤਬ ਹਲਕਾਰਾ। ਇੱਕ ਮਨੁੱਖ ਘੋੜਾ ਦੇ ਕੇ ਦਿੱਲੀ ਤੋਂ ਹਲਕਾਰਾ ਭੇਜ ਦਿੱਤਾ ਹੈ। ਆਇਆ ਕੋਠੇ ਗ੍ਰਾਮ ਮਝਾਰਾ। ਉਹ ਸੰਗਤ ਜੀ ਚਿੱਠੀ ਲੈ ਕੇ ਨਾ ਚੰਦੂ ਦੀ ਗੁੱਸੇ ਦੇ ਨਾਲ ਭਰੇ ਹੋਏ ਅਲਫਾਜ਼ ਜਿਹਦੇ ਵਿੱਚ ਲਿਖੇ ਹੋਏ ਆ, ਤੇ ਕੋਠੇ ਪਿੰਡ ਜਿੱਥੇ ਪ੍ਰਿਥੀ ਚੰਦ ਰਹਿੰਦਾ ਹੈ ਇੱਥੇ ਆ ਪਹੁੰਚਿਆ ਹੈ। ਪ੍ਰਿਥੀਆ ਬੈਠਿਓ ਜਾਏ ਨਿਹਾਰਿਓ। ਆਪਦੇ ਡੇਰੇ ਵਿੱਚ ਜਿੱਥੇ ਪ੍ਰਿਥੀ ਚੰਦ ਬੈਠਾ ਹੈ ਇਹ ਜਾ ਘੋੜੇ ਵਾਲੇ ਸਵਾਰ ਨੇ ਵੇਖਿਆ ਹੈ। ਫੁੱਤੋ ਪੱਤਰ ਤਿਸ ਆਗੇ ਡਾਰਿਓ। ਤੇ ਉਹ ਚਿੱਠੀ ਦੇਣ ਵਾਲੇ ਨੇ ਪੱਤਰ ਜਾ ਕੱਢ ਕੇ ਖੀਸੇ ਚੋਂ ਤੇ ਜਾ ਪ੍ਰਿਥੀ ਚੰਦ ਦੇ ਅੱਗੇ ਰੱਖ ਦਿੱਤਾ ਹੈ। ਪਠ ਕੈ ਹਰਖ ਕਸ਼ਟ ਜੁਗ ਧਾਰੇ। ਜਦੋਂ ਪੜਿਆ ਨਾ ਪ੍ਰਿਥੀ ਚੰਦ ਨੇ ਤੇ ਬੜਾ ਦੁੱਖ ਲੱਗਾ, ਬੜਾ ਕਸ਼ਟ ਇਹਦੇ ਉੱਪਰ, ਕਿਉਂਕਿ ਅੱਗੇ ਮੁਸੀਬਤ ਵਿੱਚ ਆ। ਉਹ ਸੁਲਹੀ ਮਰ ਗਿਆ, ਅੱਗੇ 2-4-5 ਦਿਨ ਸੁਲਹੀ ਮਰੇ ਨੂੰ ਹੋਏ ਤੇ ਉਤੋਂ ਚੰਦੂ ਦੀ ਚਿੱਠੀ ਆ ਗਈ ਹੈ। ਦੁਖੀ ਵੀ ਹੁੰਦਾ ਹੈ ਪਰ ਨਾਲ ਖੁਸ਼ ਵੀ ਹੋ ਰਿਹਾ ਹੈ। ਚੁਸਤ ਹੈ ਨਾ। ਦੁੱਖ ਇਸ ਗੱਲ ਦਾ ਵੀ ਚੰਦੂ ਵਿਗੜ ਗਿਆ ਮੇਰੇ ਨਾਲ, ਤੇ ਫਿਰ ਖੁਸ਼ ਇਸ ਗੱਲ ਦਾ ਹੁੰਦਾ ਹੈ ਵੀ ਚਲੋ ਕੋਈ ਨਹੀਂ, ਅਰਜਨ ਦੇਵ ਗੁਰੂ ਮੇਰੇ ਭਰਾ ਦਾ ਵੀ ਤਾਂ ਵੈਰੀ ਵੱਡਾ ਚੰਦੂ ਹੀ ਹੈ ਨਾ। ਵੀ ਮੈਂ ਤਾਂ ਚਾਹੁੰਦਾ ਸਾਂ ਵੀ ਕਿਸੇ ਕੋਈ ਬੰਦਾ ਮੇਰੇ ਨਾਲ ਮਿਲਾਵੇ ਚੰਦੂ ਨੂੰ, ਮੈਂ ਉਹਨੂੰ ਪ੍ਰਸੰਨ ਕਰਾਂ, ਉਹਨੂੰ ਸਮਝਾਵਾਂ ਵੀ ਗੁਰੂ ਅਰਜਨ ਦੇਵ ਜਿੱਡਾ ਤੇਰਾ ਵੈਰੀ ਓਡਾ ਹੀ ਮੇਰਾ ਵੈਰੀ ਹੈ। ਤੇ ਮੈਨੂੰ ਮਨੁੱਖ ਨਹੀਂ ਸੀ ਕੋਈ ਲੱਭਦਾ ਪਿਆ ਵਿੱਚ ਵਿਚੋਲਾ ਪਾਉਣ ਨੂੰ, ਪਰ ਇਹ ਤਾਂ ਪਰਮੇਸ਼ਰ ਨੇ ਗੱਲ ਹੀ ਬਣਾ ਦਿੱਤੀ। ਸੁਣ ਲਈ ਮੇਰੀ ਗੱਲ ਵੀ ਮੈਂ ਆਪ ਬੰਦਾ ਲੱਭਦਾ ਸਾਂ ਤੇ ਚੰਦੂ ਨੇ ਆਪ ਚਿੱਠੀ ਭੇਜ ਦਿੱਤੀ ਹੈ। ਇਹ ਸੋਚ ਕੇ ਪ੍ਰਿਥੀ ਚੰਦ ਖੁਸ਼ ਵੀ ਹੁੰਦਾ ਤੇ ਦੁਖੀ ਵੀ ਹੁੰਦਾ ਵੀ ਕਿਤੇ ਮੇਰੇ ਵੈਰ ਨਾ ਪੈ ਜਾਵੇ। ਪੁਨਹ ਬਾਕ ਭਾਖੇ ਹਲਕਾਰੇ। ਫਿਰ ਨਾਲ ਹੀ ਹਲਕਾਰਾ ਜਿਹੜਾ ਨਾ ਚਿੱਠੀ ਲੈ ਕੇ ਆਇਆ, ਉਹਨੇ ਵੀ ਚੰਦੂ ਨੂੰ ਪ੍ਰਿਥੀ ਚੰਦ ਨੂੰ ਦਬਕਾ ਮਾਰਿਆ ਹੈ। ਤੁਮ ਕਿਮ ਬੈਠ ਰਹਿ ਸੁਖ ਮਾਨੇ। ਚਿੱਠੀ ਪੜ੍ਹ ਕੇ ਹੇ ਪ੍ਰਿਥੀ ਚੰਦ ਤੂੰ ਕਿਵੇਂ ਭਲਾ ਸੁਖੀ ਸਾਂਦੀ ਐਨ ਖੁਸ਼ੀ ਸਹਿਤ ਬੈਠਾ ਹੋਇਆ, ਤੈਨੂੰ ਦੁੱਖ ਨਹੀਂ ਕੋਈ ਲੱਗਾ? ਐਡਾ ਚਿੱਠੀ ਵਿੱਚ ਉਹਨੇ ਗੁੱਸਾ ਜਣਾਇਆ ਚੰਦੂ ਨੇ, ਦੀਵਾਨ ਨੇ, ਪਰ ਤੇਰੇ ਤੇ ਕੋਈ ਖਾਸ ਅਸਰ ਨਹੀਂ ਹੋਇਆ ਹੈ। ਸ਼ਾਹੋ ਦੀਵਾਨ ਬੈਰ ਕੋ ਠਾਨੇ। ਤੈਨੂੰ ਨਹੀਂ ਪਤਾ ਵੀ ਬਾਦਸ਼ਾਹ ਜਹਾਂਗੀਰ ਦਾ ਜਿਹੜਾ ਦੀਵਾਨ ਚੰਦੂ ਹੈ ਤੇਰੇ ਨਾਲ ਕਿੰਨਾ ਵੈਰ ਕਰ ਰਿਹਾ ਹੈ। ਨਹਿ ਆਪਨੋ ਤੁਮ ਜੀਵਨ ਚਾਹ। ਲੱਗਦਾ ਹੈ ਪ੍ਰਿਥੀ ਚੰਦ ਤੂੰ ਆਪਦਾ ਜੀਵਨ ਨਹੀਂ ਚਾਹੁੰਦਾ, ਤੂੰ ਮੌਤ ਲੋਚਦਾ ਹੈ, ਜਿਉਂਦਾ ਨਹੀਂ ਰਹਿਣਾ ਚਾਹੁੰਦਾ ਹੈ। ਜਿਸ ਕੋ ਹੁਕਮ ਦੇਸ਼ ਕੇ ਮਾਹਾ। ਵੇਖ ਜਿਸ ਦੀਵਾਨ ਚੰਦੂ ਦਾ ਹੁਕਮ ਸਾਰੇ ਭਾਰਤ ਵਰਸ਼ ਵਿੱਚ ਚੱਲਦਾ ਹੈ, ਸੁਪਤਿਓ ਕਿਮ ਨਿਚਿੰਤ ਹਠ ਕਰਕੇ। ਤੇ ਤੂੰ ਕਿਵੇਂ ਨਿਸ਼ਚਿੰਤ ਹੋ ਕਰਕੇ ਇੱਥੇ ਨੀਂਦ ਲੈ ਲੈਣਾ? ਜਿਹਦਾ ਚੰਦੂ ਵੈਰੀ ਹੋਵੇ ਉਹਨੂੰ ਕਿਵੇਂ ਨੀਂਦ ਆ ਸਕਦੀ ਹੈ? ਚੋਰੀ ਮਹਿ ਬਿਖ ਧਰ ਕੋ ਧਰ ਕੇ। ਇਹ ਤਾਂ ਇਹ ਹੁੰਦਾ ਵੀ ਜਿਵੇਂ ਝੋਲੀ ਦੇ ਵਿੱਚ ਕੋਈ ਸੱਪ ਨੂੰ ਰੱਖ ਕਰਕੇ, ਸੱਪ ਝੋਲੀ ਵਿੱਚ ਬਿਠਾ ਕਰਕੇ। ਅਬ ਲਗ ਲਖੈ ਸੰਬੰਧ ਬਨੈ ਹੈ। ਤੇ ਝੋਲੀ ਵਿੱਚ ਸੱਪ ਰੱਖ ਕੇ ਭਲਾ ਕਿਸੇ ਨੂੰ ਕਿਵੇਂ ਚੈਨ ਆ ਸਕਦਾ? ਚੰਦੂ ਦਾ ਗੁੱਸਾ ਤਾਂ ਝੋਲੀ 'ਚ ਰੱਖੇ ਸੱਪ ਵਰਗਾ, ਪਰ ਤੈਨੂੰ ਕੋਈ ਅਸਰ ਨਹੀਂ ਹੈ ਪ੍ਰਿਥੀ ਚੰਦ।
ਤੇ ਜਾਣ ਲੈ ਵੀ ਹੁਣ ਤੱਕ ਤਾਂ ਚੰਦੂ ਨੇ ਤੁਹਾਨੂੰ ਰਿਸ਼ਤੇਦਾਰ ਹੀ ਜਾਣਿਆ, ਵੀ ਚਲੋ ਫਿਰ ਵੀ ਮੈਂ ਧੀ ਦਾ ਇੱਥੇ ਰਿਸ਼ਤਾ ਕਰਨਾ ਹੈ। ਨਾਤ ਪਾਤਸ਼ਾਹੋ ਸੁਨਾਏ ਗਏ ਹੈ। ਤੇ ਨਹੀਂ ਤਾਂ ਉਹ ਬਾਦਸ਼ਾਹ ਨੂੰ ਕਹਿ ਕਰਕੇ ਨਾ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਉਹਨੇ ਪਕੜਾ ਦੇਣਾ, ਕੈਦ ਕਰਵਾ ਦੇਣੀ ਹੈ। ਕਿਸ ਕੇ ਬਲ ਆਲੰਬ ਕੋ ਲੀਏ। ਬਾਕੀ ਤੇਰੇ ਭਰਾ ਗੁਰੂ ਅਰਜਨ ਦੇਵ ਕੋਲ ਕਿਹਦਾ ਆਸਰਾ ਭਲਾ, ਕਿਸ ਦੇ ਆਸਰਾ ਜਾਂ ਪ੍ਰਾਪਤ ਕਰਕੇ ਆਸਰਾ ਲੈ ਕਰਕੇ। ਬੈਠੇ ਬਿਨਾ ਤਰਾਸ ਕਰ ਛੀਏ। ਹਾਂ, ਹਿਰਦੇ ਵਿੱਚ ਤਰਾਸ ਕਰਕੇ ਤੂੰ ਤੇ ਤੇਰਾ ਭਰਾ ਬੈਠੇ ਹੋਏ ਹੋ, ਤੁਹਾਨੂੰ ਕੋਈ ਡਰ ਨਹੀਂ, ਹਕੂਮਤ ਤੁਹਾਡੀ ਵੈਰੀ ਬਣ ਰਹੀ ਹੈ। ਸੁਣ ਪ੍ਰਿਥੀਏ ਡਰ ਕੀਨ ਕਨੇਰਾ। ਜਦੋਂ ਇਹਨੇ ਦਬਕੇ ਜੇ ਮਾਰੇ ਨਾ ਇਹ ਹਲਕਾਰੇ ਨੇ ਤੇ ਪ੍ਰਿਥੀ ਚੰਦ ਡਰ ਗਿਆ, ਡਰ ਕੇ ਤੇ ਹੱਥ ਜੇ ਜੋੜ ਕੇ ਬੋਲਿਆ ਹੈ, ਬਿਗੜ ਨਾ ਜਾਏ ਅਨਜ ਸੰਗ ਮੇਰਾ। ਤੇ ਇਸ ਤਰ੍ਹਾਂ ਡਰਿਆ ਹੈ ਵੀ ਕਿਤੇ ਭਰਾ ਹੁਣ ਗੁਰੂ ਅਰਜਨ ਦੇਵ ਜੀ ਦਾ ਤਾਂ ਨੁਕਸਾਨ ਹੋਣਾ ਹੀ ਹੋਣਾ ਹੈ, ਭਲਾ ਮੇਰਾ ਵੀ ਨਾ ਹਕੂਮਤ ਨੁਕਸਾਨ ਕਰ ਦੇਵੇ। ਮੈਂ ਅਤ ਬੁਰਾ ਕੀਨ ਬਿਲ ਮਾਇਓ। ਤੇ ਮਨ ਚ ਸੋਚਦਾ ਵੀ ਮੈਂ ਇੱਕ ਕੰਮ ਇਦੋਂ ਪਹਿਲਾਂ ਬੜਾ ਮਾੜਾ ਕਰ ਚੁੱਕਾ ਹਾਂ, ਆਪਣਾ ਦਵੈਸ਼ ਕੋ ਨਹੀਂ ਲਖਾਇਓ। ਵੀ ਜਿਹੜਾ ਮੈਂ ਚੰਦੂ ਨੂੰ ਦੱਸਿਆ ਨਹੀਂ ਵੀ ਮੈਂ ਵੀ ਗੁਰੂ ਅਰਜਨ ਦੇਵ ਦਾ ਵੈਰੀ ਹਾਂ, ਵੀ ਚੰਦੂ ਹੁਣ ਇਹ ਸਮਝਦਾ ਹੈ ਵੀ ਇਹ ਵੀ ਭਰਾ ਹੀ ਆ ਉਹਦਾ ਵੱਡਾ, ਤੇ ਖਰੇ ਵੀ ਗੁਰੂ ਅਰਜਨ ਦੇਵ ਸਾਹਿਬ ਦੇ ਨਾਲ ਹੀ ਰਲਿਆ ਹੋਇਆ। ਪਰ ਮੈਂ ਵੱਡੀ ਗਲਤੀ ਕਰ ਲਈ ਜਿਹੜਾ ਮੈਂ ਦੱਸ ਨਹੀਂ ਸਕਿਆ ਪ੍ਰਿਥੀ ਚੰਦ ਉਹਨੂੰ, ਚੰਦੂ ਨੂੰ, ਵੀ ਮੈਂ ਗੁਰੂ ਅਰਜਨ ਦੇਵ ਦਾ ਤੇਥੋਂ ਵੀ ਵੱਧ ਵੈਰ ਕਰਦਾ ਹਾਂ। ਭਰਾਤਾ ਜਾਣ ਗਹਿ ਜਬ ਆਈ। ਤੇ ਭਰਾ ਜਿਹੜਾ ਵੈ ਜਦੋਂ ਭਰਾ ਨੂੰ ਪਕੜਨ ਵਾਸਤੇ ਇਹ ਚੰਦੂ ਦੀ ਫੌਜ ਆਵੇਗੀ, ਪਤ ਬਿਗਰੇ ਕਿਆ ਬਣਹਿ ਉਪਾਈ। ਜੇ ਮੇਰੇ ਨਾਲ ਵੀ ਵਿਗੜ ਗਿਆ ਬਾਦਸ਼ਾਹ ਤੇ ਭਲਾ ਮੇਰਾ ਕੀ ਬਣੇਗਾ। ਚੰਦੂ ਸੰਗ ਬੈਰ ਤਿਸ ਕੇਰਾ। ਤੇ ਵੈਰ ਜਿਹੜਾ ਚੰਦੂ ਦੇ ਨਾਲ ਗੁਰੂ ਅਰਜਨ ਦੇਵ ਸਾਹਿਬ ਦਾ ਤਾਂ ਹੈਗਾ ਹੀ ਹੈ। ਤਿਸ ਮਹਿ ਭਲਾ ਭਇਓ ਅਤ ਮੇਰਾ। ਤੇ ਸ਼ੈਤਾਨ ਸੋਚਦਾ ਵੀ ਚਲੋ ਚੰਗਾ ਹੋਇਆ ਚੰਦੂ ਵੈਰੀ ਬਣਿਆ ਗੁਰੂ ਅਰਜਨ ਦੇਵ ਸਾਹਿਬ ਦਾ, ਇਹਦੇ ਵਿੱਚ ਮੇਰਾ ਦਾ ਲੱਗ ਜਾਣਾ, ਮੇਰਾ ਭਲਾ ਹੋ ਜਾਵੇਗਾ, ਮੇਰਾ ਤਾਂ ਫਾਇਦਾ ਹੀ ਫਾਇਦਾ ਹੈ ਚੰਦੂ ਦੇ ਵੈਰੀ ਬਣਨ ਵਿੱਚ। ਤਉ ਜਨਾਏ ਬਿਨ ਨਿਜ ਦਵੈਖ। ਤੇ ਪਰ ਮੈਂ ਆਪਦੀ ਈਰਖਾ ਜਨਾਏ ਤੋਂ ਬਿਨਾ ਆਪਣਾ ਚੰਦੂ ਦੇ ਤਾਈ। ਮੋਹ ਕਹ ਬੁਰਾ ਬਣਹਿ ਸੋ ਵਿਸ਼ੇਖ। ਚੰਦੂ ਮੇਰਾ ਵੀ ਵੈਰੀ ਬਣੇਗਾ ਜੇ ਮੈਂ ਚੰਦੂ ਨੂੰ ਨਾ ਦੱਸਿਆ ਵੀ ਮੇਰੀ ਭਰਾ ਨਾਲ ਨਹੀਂ ਬਣਦੀ, ਗੁਰੂ ਅਰਜਨ ਦੇਵ ਨੂੰ ਮੈਂ ਵੀ ਮਾਰਿਆ ਚਾਹੁੰਦਾ, ਤੇ ਇਹ ਨਾ ਹੋਵੇ ਵੀ ਚੰਦੂ ਗੁਰੂ ਅਰਜਨ ਦੇਵ ਦੇ ਜਿੱਡਾ ਹੀ ਮੇਰਾ ਵੈਰੀ ਬਣ ਜਾਵੇ। ਇਸ ਤਰ੍ਹਾਂ ਦੀ ਗੱਲ ਇਹ ਮਨ ਵਿੱਚ ਸੋਚਦਾ ਹੈ। ਇਮ ਵਿਚਾਰ ਚਾਰ ਜੋ ਸਨਮਾਨਾ। ਤੇ ਇਸ ਤਰ੍ਹਾਂ ਨਾ ਸੋਚ ਕੇ ਪ੍ਰਿਥੀ ਚੰਦ ਹੱਥ ਜੇ ਜੋੜ ਕੇ ਤੇ ਥੋੜੀ ਜੀ ਮਾਇਆ ਜੀ ਲੈ ਕੇ ਹੱਥ ਵਿੱਚ ਉਹ ਘੋੜਾ ਸਵਾਰ ਚਿੱਠੀ ਦੇਣ ਵਾਲੇ ਨੂੰ ਬੋਲਿਆ ਹੈ ਸਤਕਾਰ ਜਿਹਾ ਦੇ ਕਰਕੇ। ਦੀਨ ਬਾਕ ਤਿਹ ਸਾਥ ਬਖਾਨਾ। ਬੜੇ ਗਰੀਬਾਂ ਦੇ ਆਲੇ ਨਿਮਰਤਾ ਜੀ ਭਰੇ ਮਿੱਠੇ ਜੇ ਬਚਨ ਬੋਲ ਕੇ ਇਹਨੂੰ ਭਰਮਾਉਣ ਲੱਗਿਆ ਹੈ। ਜਿਨ ਚੰਦੂ ਕੇ ਸੰਗ ਬਿਗਾਰੀ। ਕਹਿੰਦਾ ਭਾਈ ਗੱਲ ਸੁਣੋ, ਜਿਸ ਗੁਰੂ ਅਰਜਨ ਦੇਵ ਮੇਰੇ ਭਰਾ ਨੇ ਚੰਦੂ ਦੇ ਨਾਲ ਵਿਗਾੜੀ ਹੋਈ ਹੈ, ਸੋ ਤੋ ਮੋਰ ਸ਼ਤਰ ਹੈ ਭਾਰੀ। ਉਹ ਤਾਂ ਮੇਰਾ ਵੀ ਵੈਰੀ ਹੈ। ਵੀ ਜੇ ਤੁਸੀਂ ਆਖੋ ਵੀ ਮੈਂ ਆਪਦੇ ਭਰਾ ਵਰਗਾ, ਵੀ ਮੈਂ ਖਰੇ ਚੰਦੂ ਦਾ ਵੈਰੀ, ਮੈਂ ਚੰਦੂ ਦਾ ਕੋਈ ਵੈਰੀ ਨਹੀਂ। ਜਿਹਦੀ ਚੰਦੂ ਦੀ ਗੁਰੂ ਅਰਜਨ ਦੇਵ ਦੇ ਨਾਲ ਨਹੀਂ ਨਾ ਬਣਦੀ, ਗੁਰੂ ਅਰਜਨ ਦੇਵ ਨੇ ਵੈਰੀ ਬਣਾਇਆ ਚੰਦੂ ਨੂੰ, ਉਸ ਗੁਰੂ ਅਰਜਨ ਦੇਵ ਨੇ ਮੈਨੂੰ ਪਹਿਲਾਂ ਚੰਦੂ ਤੋਂ ਆਪਦਾ ਵੈਰੀ ਬਣਾਇਆ, ਮੈਂ ਵੀ ਉਹਦਾ ਬੜਾ ਵੱਡਾ ਵੈਰ ਕਰਦਾ ਹਾਂ। ਜੇ ਤਿਹ ਸੰਗ ਕਰਨ ਕੁਛ ਚਾਹੋ। ਤੇ ਚੰਦੂ ਨੂੰ ਕਹਿ ਦੇ ਜਾ ਕੇ ਵੀ ਜੇ ਚੰਦੂ ਗੁਰੂ ਅਰਜਨ ਦੇਵ ਨਾਲ ਕੁਝ ਮਾੜਾ ਕਰਨਾ ਚਾਹੁੰਦਾ ਨਾ, ਵੀ ਜੇ ਫੜਿਆ ਚਾਹੁੰਦਾ ਹੈ ਜਾਂ ਮਾਰਨਾ ਮਰਵਾਉਣਾ ਚਾਹੁੰਦਾ ਹੈ, ਬਨਾ ਸਹਾਇਕ ਸਦਾ ਉਮਾਹੋ। ਤੇ ਮੈਂ ਭਰਾ ਵੱਲ ਨਹੀਂ ਖੜਾਂਗਾ, ਮੈਂ ਚੰਦੂ ਵੱਲ ਖੜਾਂਗਾ। ਚੰਦੂ ਨੂੰ ਸੁਨੇਹਾ ਲਾ ਦੇ ਮੇਰਾ ਵੀ ਜੇ ਜੋ ਕਰਨਾ ਕਰ ਲੈ। ਚੰਦੂ ਨੂੰ ਆਖੀ ਵੀ ਪ੍ਰਿਥੀ ਚੰਦ ਕਹਿੰਦਾ ਮੈਂ ਤੇਰੀ ਸਹਾਇਤਾ ਕਰਾਂਗਾ, ਗੁਰੂ ਅਰਜਨ ਦੇਵ ਵਾਲੇ ਪਾਸੇ ਨਹੀਂ ਖੜਨਾ, ਉਹ ਮੇਰਾ ਵੀ ਵੈਰੀ ਹੈ। ਮੋਹ ਕਹ ਇਸ਼ਟ ਹਤਨ ਤਿਸ ਕੇਰਾ। ਕਿਉਂਕਿ ਮੇਰੀ ਬੜੀ ਇੱਛਾ, ਬੜੇ ਚਿਰ ਤੋਂ ਮੈਂ ਆਪਦੇ ਭਰਾ ਨੂੰ ਮਾਰਿਆ ਚਾਹੁੰਦਾ, ਜਿਉਂਦਾ ਵੇਖ ਕੇ ਮੈਨੂੰ ਚੈਨ ਨਹੀਂ ਮਿਲਦਾ ਹੈ। ਇਸ ਬਿਦ ਦੇਹੋ ਸੰਦੇਸਾ ਮੋਰਾ। ਇਹ ਮੇਰਾ ਸੰਦੇਸ਼ ਜਿਹੜਾ ਜਾ ਕੇ ਚੰਦੂ ਨੂੰ ਸੁਣਿਆ ਲਾ ਦੇਈ ਮੇਰਾ, ਵੀ ਪ੍ਰਿਥੀ ਚੰਦ ਨੇ ਆਖਿਆ ਹੈ। ਜਿਸ ਦਿਨ ਗਹਾ ਕਿ ਮਾਰਾ ਤਾਹੇ। ਜਿਸ ਦਿਨ ਗੁਰੂ ਅਰਜਨ ਦੇਵ ਜੀ ਨੂੰ ਤੁਸੀਂ ਫੜ ਲਓ ਜਾਂ ਮਾਰ ਮੁਕਾਓਗੇ, ਉਤ ਸਭ ਕਰਾਂ ਆਪਨ ਘਰ ਮਾਹੇ। ਉਦੋਂ ਮੈਂ ਆਪਦੇ ਪਿੰਡ ਵਿੱਚ ਲੱਡੂ ਵੰਡਾਂਗਾ। ਇਹ ਪ੍ਰਿਥੀ ਚੰਦ ਨੇ ਸਾਧ ਸੰਗਤ ਜੀ ਸੁਨੇਹਾ ਭੇਜਿਆ ਚੰਦੂ ਨੂੰ
ਵੀ ਜੇ ਮੇਰੇ ਭਰਾ ਨੂੰ ਗੁਰੂ ਅਰਜਨ ਦੇਵ ਨੂੰ ਜਿੱਦਣ ਤੂੰ ਮਾਰ ਦਿੱਤਾ ਨਾ ਜਾਂ ਪਕੜ ਕੇ ਲੈ ਗਿਆ ਗ੍ਰਿਫਤਾਰ ਕਰਕੇ ਪਰਿਵਾਰ ਸਮੇਤ, ਤੇ ਚੰਦੂ ਨੂੰ ਆਖੀ ਪ੍ਰਿਥੀ ਚੰਦ ਕਹਿੰਦਾ ਮੈਂ ਸਾਰੇ ਪਿੰਡ ਵਿੱਚ ਲੱਡੂ ਵੰਡਾਂਗਾ ਤੇ ਆਤਿਸ਼ਬਾਜ਼ੀ ਕਰਾਂਗਾ। ਮੈਂ ਆਪਦੇ ਪੁੱਤਰ ਮਿਹਰਬਾਨ ਦੇ ਵਿਆਹ ਜਿੰਨਾ ਚਾਅ ਕਰਾਂਗਾ ਜਿੱਦਣ ਮੇਰੇ ਸ਼ਰੀਕ ਨੂੰ ਮਾਰੋਗੇ। ਮੈਂ ਚਾਹਤ ਹਾਂ ਨਿਤ ਪ੍ਰਤ ਮਾਰਾ। ਮੈਂ ਤਾਂ ਦਿਨ ਰਾਤ ਹੀ ਇਹ ਅਰਦਾਸਾ ਕਰਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਚੜ੍ਹਾਈ ਕਰ ਜਾਵਣ। ਨਹੀਂ ਪਰੰਤ ਚੱਲੈ ਮਮ ਚਾਰਾ। ਮੈਂ ਬੜੇ ਹੀਲੇ ਕੀਤੇ ਪਰ ਮੇਰਾ ਕੋਈ ਚਾਰਾ ਨਹੀਂ ਚੱਲਿਆ ਵਿਚਾਰੇ ਦਾ। ਮੈਂ ਪਿਤ ਕੋ ਸੁਤ ਆਹਾਂ ਵਡੇਰਾ। ਆਖੀ ਜਾ ਕੇ ਚੰਦੂ ਨੂੰ ਵੀ ਪ੍ਰਿਥੀਆ ਕਹਿੰਦਾ ਵੀ ਮੈਂ ਪ੍ਰਿਥੀ ਚੰਦ ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਪੁੱਤਰ ਸਾਂ। ਸਭ ਤੇ ਲਗ ਸੋ ਲਖਾ ਖੁਟੇਰਾ। ਤੇ ਗੁਰੂ ਅਰਜਨ ਦੇ ਪਾਤਸ਼ਾਹ ਤਾਂ ਸਾਰਿਆਂ ਤੋਂ ਛੋਟੇ ਆ ਤੇ ਬੜੇ ਖੋਟੇ ਹਨ ਮਨ ਦੇ। ਬਲ ਛਲ ਕਰ ਸਭ ਵਸਤ ਸੰਭਾਰੀ। ਤੇ ਉਹਨੇ ਬਲ ਛਲ ਕਰਕੇ ਨਾ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਵਰਗਿਆਂ ਨੂੰ ਗੰਢ ਕੇ ਆਪਦੇ ਨਾਲ ਤੇ ਸਾਰਾ ਕੁਝ ਸਾਂਭ ਲੈਣਾ ਕੀਤਾ। ਅੰਮ੍ਰਿਤਸਰ ਵੀ ਰੱਖ ਲਿਆ, ਗੁਰਤਾ ਤੇ ਵੀ ਬੈਠ ਗਏ ਹਨ। ਬਨ ਬੈਠਿਓ ਆਪੇ ਅਧਿਕਾਰੀ। ਤੇ ਗੁਰਤਾ ਦਾ ਤੇ ਅੰਮ੍ਰਿਤਸਰ ਦਾ ਬਾਪ ਮੇਰੇ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦੇ ਸਾਰੇ ਕਾਸੇ ਦਾ ਵਾਰਸ ਗੁਰੂ ਅਰਜਨ ਦੇਵ ਇਕੱਲੇ ਹੀ ਬੈਠ ਗਏ। ਤਖਤ ਵੀ ਮੱਲ ਲਿਆ, ਅੰਮ੍ਰਿਤਸਰ ਵੀ ਲੈ ਲਿਆ। ਭਾਵੇਂ ਸਾਧ ਸੰਗਤ ਜੀ ਆਪਦੀਆਂ ਖੁਟਿਆਈਆਂ ਕਰਕੇ ਜਿਹੜਾ ਅੰਮ੍ਰਿਤਸਰੋਂ ਨਿਕਲਿਆ ਪ੍ਰਿਥੀ ਚੰਦ, ਪਰ ਮੰਨਦਾ ਥੋੜਾ ਕੋਈ। ਤੋ ਪਾਪੀ ਜਿਹੜਾ ਨਰ ਹੁੰਦਾ ਉਹਨੂੰ ਪਾਪ ਪਿਆਰਾ ਹੁੰਦਾ। ਪਾਪ ਬੁਰਾ ਪਾਪੀ ਕੋ ਪਿਆਰਾ। ਪਾਪ ਹੁੰਦਾ ਤਾਂ ਮਾੜਾ ਪਰ ਪਾਪੀ ਨੂੰ ਨਹੀਂ ਨਾ ਮਾੜਾ ਲੱਗਦਾ। ਤੋ ਇਸ ਤਰ੍ਹਾਂ ਇਹ ਕਹਿੰਦਾ ਵੀ ਮੇਰਾ ਸਾਰਾ ਕੁਝ ਧੋਖੇ ਦੇ ਨਾਲ ਮੇਰੇ ਭਰਾ ਨੇ ਹੜੱਪ ਕਰ ਲਿਆ ਹੈ। ਚਾਹਾਂ ਦੇਸ਼ ਕੇ ਨਰ ਦਰਬ ਚੜਾਵੈ। ਤੇ ਚਾਰ ਚਫੇਰੇ ਦੀ ਸੰਗਤ ਇਹਨਾਂ ਨੂੰ ਗੁਰੂ ਸਮਝ ਕੇ ਮਾਇਆ ਦਿੰਦੀ ਹੈ, ਚਰਨੀ ਭੇਟਾਵਾਂ ਰੱਖਦੀ ਹੈ। ਭਇਓ ਧਨੀ ਬਾਹ ਔਰ ਗਰਬਾਵੈ। ਤੇ ਬਹੁਤ ਮਾਇਆ ਧਾਰੀ ਮਾਇਆ ਵਾਲੇ ਹੋ ਕੇ ਗੁਰੂ ਅਰਜਨ ਦੇ ਮੇਰੇ ਵੈਰੀ ਭਰਾ ਹੁਣ ਬੜੇ ਹੰਕਾਰੀ ਹੋ ਗਏ ਹਨ। ਛੀਨ ਲੀਨ ਮੇਰੋ ਅਧਿਕਾਰਾ। ਤੇ ਮੇਰਾ ਅਧਿਕਾਰ ਸੀ ਪਿਤਾ ਦੀ ਗੁਰਿਆਈ ਤੇ ਉਹ ਵੀ ਇਹਨਾਂ ਖੋਹ ਲੈਣਾ ਕੀਤਾ ਹੈ। ਪਿਤਪੁਰ ਤੇ ਕਹਿ ਵਹਿਰ ਨਿਕਾਰਾ। ਤੇ ਸੰਗਤ ਨੂੰ ਕਹਿ ਕੇ ਮੈਨੂੰ ਅੰਮ੍ਰਿਤਸਰ ਸਾਹਿਬ ਮੇਰੇ ਪਿਤਾ ਦੇ ਨਗਰ ਵਿੱਚੋਂ ਬਾਹਰ ਕਢਵਾ ਦਿੱਤਾ ਹੈ। ਤੁਮ ਸਾਹਮਣੇ ਮੋਹੇ ਸਾਹੋ ਮਿਲਾਵਾ। ਤੇਰੇ ਵਰਗੇ ਮਿੱਤਰਾਂ ਨੇ ਇਹ ਚੰਦੂ ਮੈਨੂੰ ਬਾਦਸ਼ਾਹ ਦੇ ਨਾਲ ਫਿਰ ਮਿਲਾਇਆ ਸੀ ਜਦੋਂ ਮੇਰੇ ਤੇ ਵਿਪਤਾ ਪਈ ਸੀ। ਏਕ ਗ੍ਰਾਮ ਤਬ ਤਿਸ ਤੇ ਪਾਵਾ। ਤੇ ਜਹਾਂਗੀਰ ਬਾਦਸ਼ਾਹ ਤੋਂ ਤੁਹਾਡੇ ਜ਼ਰੀਏ ਮੈਂ ਇੱਕ ਪਿੰਡ ਗੁਜ਼ਾਰੇ ਵਾਸਤੇ ਪ੍ਰਾਪਤ ਕੀਤਾ ਸੀ। ਸਾਥ ਗਰੀਬੀ ਕਰਾਂ ਗੁਜ਼ਾਰਾ। ਤੇ ਮੇਰੇ ਨਾਲ ਚੰਦੂ ਨੂੰ ਕਹਿ ਕਾਹਦਾ ਵੈਰ ਕਰਨਾ, ਮੈਂ ਤਾਂ ਅੱਗੇ ਮਾਰਿਆ ਹੋਇਆ। ਮੈਂ ਤਾਂ ਗਰੀਬ ਬੰਦਾ ਇੱਥੇ ਪਤਾ ਨਹੀਂ ਕਿਵੇਂ ਇੱਕ ਪਿੰਡ ਲੈ ਕੇ ਔਖਾ ਸੌਖਾ ਗੁਜ਼ਾਰਾ ਕਰਦਾ। ਮਸਾਂ ਮਸਾਂ ਮੇਰੇ ਰੋਟੀ ਪੱਕਦੀ ਹੈ। ਲਖ ਮੁਝ ਆਪਨੋ ਕੀਜਹਿ ਪਿਆਰਾ। ਤੇ ਚੰਦੂ ਨੂੰ ਆਖੀ ਵੀ ਪ੍ਰਿਥੀ ਚੰਦ ਕਹਿੰਦਾ ਮੈਨੂੰ ਆਪ ਦਾ ਮਿੱਤਰ ਜਾਣ ਕੇ ਮੇਰੇ ਨਾਲ ਮੋਹ ਕਰੇ, ਵੈਰ ਨਾ ਕਰਿਆ ਕਰੇ। ਹਮ ਤੋ ਤੁਮਰੇ ਨਿਤ ਅਨੁਸਾਰੇ। ਚੰਦੂ ਨੂੰ ਆਖੀ ਮੈਂ ਤਾਂ ਸਦਾ ਹੀ ਚੰਦੂ ਤੇਰੀ ਆਗਿਆ ਵਿੱਚ ਜਿਵੇਂ ਕਹੇਗਾ ਉਵੇਂ ਕਰਾਂਗਾ। ਭਰਾ ਨਾਲ ਮੇਰਾ ਕੋਈ ਵਾਸਤਾ ਨਹੀਂ, ਵੈਰ ਹੈ। ਇਹ ਭਰਾਤਾ ਲਖ ਦੇਹੁ ਨਾ ਬਿਗਾਰੇ। ਵੀ ਮੈਨੂੰ ਗੁਰੂ ਅਰਜਨ ਦੇਵ ਦਾ ਭਰਾ ਜਾਣ ਕੇ ਨਾ ਰਗੜ ਦੇਵੇ ਕਿਤੇ, ਮੇਰਾ ਕੋਈ ਦੋਸ਼ ਨਹੀਂ, ਨਾ ਮੇਰੀ ਉਹਦੇ ਨਾਲ ਬਣਦੀ ਹੈ। ਇਸ ਤਰ੍ਹਾਂ ਇਹਨੇ ਹਲਕਾਰੇ ਨੂੰ ਘੋੜ ਸਵਾਰ ਨੂੰ ਕਹਿ ਦਿੱਤਾ ਹੈ। ਮਿਹਰਬਾਨਗੀ ਹਮ ਪਰ ਕਰੀਏ। ਚੰਦੂ ਨੂੰ ਆਖੀ ਵੀ ਮੇਰੇ ਤੇ ਤਾਂ ਮਿਹਰ ਹੀ ਕਰੇ, ਮੈਨੂੰ ਨਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਦੋਸ਼ ਜਾਣ ਕੇ ਵੀ ਉਹਦੇ ਨਾਲ ਵੈਰ ਤੁਹਾਡਾ ਚੰਦੂ ਜੀ। ਤੇ ਪ੍ਰਿਥੀ ਚੰਦ ਨੂੰ ਭਰਾ ਜਾਣ ਕੇ ਨਾ ਕਿਤੇ ਰਗੜਾ ਲਾ ਦਿਓ ਜੇ। ਨਿਜ ਛਤਰ ਕੋ ਪਕੜ ਸੰਘਰੀਏ। ਮੇਰਾ ਦੁਸ਼ਮਣ ਹੈ ਗੁਰੂ ਅਰਜਨ ਦੇਵ, ਤੇ ਮੈਂ ਤਾਂ ਹੀ ਕਹੂੰਗਾ ਵੀ ਮੇਰੇ ਦੁਸ਼ਮਣ ਗੁਰੂ ਅਰਜਨ ਦੇਵ ਨੂੰ ਫੜੋ ਤੇ ਚਾਹੇ ਮਾਰ ਮੁਕਾ ਦਿਓ, ਮੈਨੂੰ ਕੋਈ ਵਾਸਤਾ ਨਹੀਂ ਹੈ। ਇਤਿਆਦਿਕ ਲਿਖ ਕੈ ਹਲਕਾਰੇ। ਇਸ ਤਰ੍ਹਾਂ ਤੋਂ ਹੋਰ ਬੜੇ ਸਾਧ ਸੰਗ ਦੀ ਬਚਨ ਜ਼ਬਾਨੀ ਕਹਿ ਕੇ ਕੁਝ ਚਿੱਠੀ ਵਿੱਚ ਲਿਖ ਕਰਕੇ ਪ੍ਰਿਥੀਏ ਨੇ ਕੁਛ ਕੋ ਦਰਬ ਦੇ ਆਦਰ ਧਾਰੇ। ਤੇ ਸਰੂਪਾ ਜਾ ਦੇ ਕੇ ਸਤਕਾਰ ਦੇ ਕੇ ਨਾ ਹਲਕਾਰੇ ਨੂੰ ਤੇ ਚਿੱਠੀ ਦੇ ਦਿੱਤੀ। ਕੁਝ ਮਾਇਆ ਜੀ ਫੜਾ ਦਿੱਤੀ ਹੈ। ਖਾਨ ਪਾਨ ਆਛੇ ਕਰਵਾਏ। ਤੇ ਚੰਗੀ ਇਹਨੂੰ ਰਾਤ ਰੱਖ ਕੇ ਇਹਦੀ ਸੇਵਾ ਕੀਤੀ ਆ, ਕਿਉਂਕਿ ਇਹ ਨਹੀਂ ਸਾਰਾ ਕੁਝ ਕਹਿਣਾ ਨਾ ਗਾਂਹ ਜਾ ਕੇ। ਤੇ ਇਹਦੀ ਰਾਤ ਬਹੁਤ ਪ੍ਰਸ਼ਾਦਾ ਪਾਣੀ ਛਕਾ ਕੇ ਚੰਗੀ ਸੇਵਾ ਕੀਤੀ ਹੈ। ਗੁਰੂ ਦਵੈਸ਼ ਕੋ ਬਹੁ ਸਮਝਾਏ। ਤੇ ਇਹ ਵਾਰ-ਵਾਰ ਪ੍ਰਿਥੀ ਨੇ ਸਮਝਾਇਆ ਹੈ ਵੀ ਮੇਰਾ ਗੁਰੂ ਅਰਜਨ ਦੇਵ ਦੇ ਨਾਲ ਬੜਾ ਵੱਡਾ ਵੈਰ ਹੈ, ਕੋਈ ਵਹਿ ਵਾਸਤਾ ਨਹੀਂ, ਪ੍ਰੇਮ ਵਾਲੀ ਕੋਈ ਗੱਲ ਸਾਡੇ ਵਿੱਚ ਨਹੀਂ। ਜੇ ਹੁੰਦੀ ਤੇ ਮੈਂ ਅੰਮ੍ਰਿਤਸਰ ਨਾ ਰਹਿੰਦਾ,
ਮੈਂ ਇੱਥੇ ਕੀ ਕਰਨਾ ਸੀ ਮਾਲਵੇ ਚ ਆ ਕਰਕੇ। ਇਸ ਤਰ੍ਹਾਂ ਸਮਝਾ ਰਿਹਾ ਹੈ। ਚਾਰ ਵਿਸਰਜਨ ਕਰਿਓ ਆਨੰਦੇ। ਇਹਦੀ ਚੰਗੀ ਸੇਵਾ ਕੀਤੀ। ਘੋੜਸਵਾਰ ਦੀ ਜਿਹੜਾ ਚਿੱਠੀ ਲੈ ਕੇ ਆਇਆ, ਤੇ ਫਿਰ ਪ੍ਰਿਥੀ ਚੰਦ ਨੇ ਸਤਿਕਾਰ ਦੇ ਨਾਲ ਇਹਨੂੰ ਵਿਦਾ ਕਰ ਦਿੱਤਾ ਹੈ। ਜਾਣਿਓ ਅਬ ਹਵੈ ਕਾਜ ਬਿਲੰਦੇ। ਤੇ ਜਦੋਂ ਤੁਰ ਪਿਆ ਨਾ ਇਹ ਹਲਕਾਰਾ ਦਿੱਲੀ ਨੂੰ, ਤੇ ਤਾੜੀ ਮਾਰ ਕੇ ਪ੍ਰਿਥੀਆ ਹੱਸਦਾ ਮਗਰੋਂ ਕਹਿੰਦੇ ਲੈ ਹੁਣ ਕੰਮ ਮੇਰਾ ਹੋਇਆ ਸਮਝ ਲਓ। ਜਥਾ ਅਚਾਨਕ ਸੁਲਹੀ ਮਰਿਓ। ਵੀ ਜਿਵੇਂ ਅਚਾਨਕ ਹੀ ਸੁਲਹੀ ਚੜ੍ਹਾਈ ਕਰ ਗਿਆ ਸੀ, ਮੇਰੇ ਤੇ ਬਿਪਤਾ ਪੈ ਗਈ ਸੀ। ਤਥਾ ਕਾਜ ਮਮ ਗੁਰੂ ਸੁਧਰਿਓ। ਪਰ ਗੁਰੂ ਨਾਨਕ ਪਾਤਸ਼ਾਹ ਨੇ ਮੇਰਾ ਕੰਮ ਸਗੋਂ ਕੁੱਬੇ ਨੂੰ ਲੱਤ ਰਾਸ ਆ ਗਈ। ਜੇ ਸੁਲਹੀ ਨਾ ਮਰਦਾ, ਵੇਖੋ ਕੱਲ ਅਜੇ ਸਾਧ ਸੰਗਤ ਜੀ ਪਿੱਟਦਾ ਸੀ ਵੀ ਸੁਲਹੀ ਮੇਰਾ ਮਿੱਤਰ ਬੜਾ ਹੈ, ਵੀ ਮੈਨੂੰ ਬੜਾ ਦੁੱਖ ਹੈ। ਦੁੱਖ ਸੁਲਹੀ ਦਾ ਥੋੜਾ ਸੀ, ਇਹਨੂੰ ਤਾਂ ਆਪਦਾ ਕੰਮ ਵਿੱਚ ਰਹੇ ਦਾ ਦੁੱਖ ਸੀ। ਤੇ ਹੁਣ ਕਹਿੰਦਾ ਵੀ ਚਲੋ ਜੇ ਸੁਲਹੀ ਮਾਰੀ ਗਿਆ ਵਧੀਆ ਹੋਇਆ, ਜੇ ਸੁਲਹੀ ਨਾ ਮਰਦਾ ਤੇ ਚੰਦੂ ਨੇ ਕਿੱਥੇ ਮੈਨੂੰ ਚਿੱਠੀ ਭੇਜਣੀ ਸੀਗੀ, ਮੇਰਾ ਕਿੱਥੇ ਚੰਦੂ ਨਾਲ ਸੰਬੰਧ ਜੁੜਨਾ ਸੀ, ਪ੍ਰੇਮ ਵਧਣਾ ਸੀ। ਤੇ ਇਸ ਤਰ੍ਹਾਂ ਹੁਣ ਖੁਸ਼ ਹੁੰਦਾ ਵੀ ਚਲੋ ਵਧੀਆ ਹੋਇਆ। ਜਿਵੇਂ ਸੁਲਹੀ ਅਚਾਨਕ ਹੀ ਚੜ੍ਹਾਈ ਕਰ ਗਿਆ ਨਾ, ਮਰ ਗਿਆ, ਤੇ ਪਰਮੇਸ਼ਰ ਨੇ ਉਵੇਂ ਹੀ ਅਚਾਨਕ ਹੀ ਮੇਰਾ ਕੰਮ ਸਵਾਰ ਦਿੱਤਾ ਹੈ। ਹਰਖ ਕਰਤ ਚਿਤਵਤ ਨਿਤ ਐਸੇ। ਇਹ ਦਿੱਲੀ ਨੂੰ ਚਿੱਠੀ ਭੇਜ ਕੇ ਹੁਣ ਬੜਾ ਰੋਜ਼ ਖੁਸ਼ ਰਹਿੰਦਾ ਤੇ ਰੋਜ਼ ਹੀ ਮਨ ਵਿੱਚ ਸੋਚਦਾ ਹੈ। ਚੰਦੂ ਬਿਗਰ ਗਹਿ ਗੁਰ ਜੈਸੇ। ਵੀ ਹੁਣ ਚੰਦੂ ਵਿਗੜਿਆ ਗੁਰੂ ਅਰਜਨ ਦੇਵ ਮਹਾਰਾਜ ਨਾਲ। ਜਿਵੇਂ ਹੀ ਸਤਿਗੁਰੂ ਅਰਜਨ ਦੇਵ ਮੇਰੇ ਭਰਾਤਾਂ ਨੂੰ ਪਕੜ ਲਵੇਗਾ। ਦਿੱਲੀ ਬਰਿਓ ਜਾਏ ਹਲਕਾਰਾ। ਇੱਧਰ ਜਿਹੜਾ ਹਲਕਾਰਾ ਹੈ ਨਾ, ਉਹ ਦਿੱਲੀ ਜਾ ਵੜਿਆ ਚਿੱਠੀ ਲੈ ਕਰਕੇ। ਪਾਤੀ ਦੇਤ ਬ੍ਰਿਤਾਂਤ ਉਚਾਰਾ। ਉਹ ਚਿੱਠੀ ਪ੍ਰਿਥੀਏ ਦੀ ਦਿੱਤੀ ਚੰਦੂ ਨੂੰ, ਨਾਲ ਬਰਤਾਂਤ ਸਾਰਾ ਹਾਲ ਸੁਣਾ ਦਿੱਤਾ ਹੈ। ਅਨੁਜ ਸਾਥ ਸੋ ਬੈਰ ਤਰੰਤਾ। ਆਖਿਆ ਹੈ ਸਲਾਮਤ ਚੰਦੂ ਦੀ ਬਾਣ। ਮਹਾਰਾਜ ਜਿਹੜਾ ਪ੍ਰਿਥੀ ਚੰਦ ਹੈ ਨਾ, ਉਹਦਾ ਦੋਸ਼ ਨਹੀਂ ਮੈਨੂੰ ਲੱਗਦਾ ਕੋਈ, ਕਿਉਂਕਿ ਉਹ ਤਾਂ ਆਪ ਆਪਦੇ ਭਰਾ ਨਾਲ ਬੜਾ ਵੈਰ ਰੱਖਦਾ ਹੈ। ਪ੍ਰਾਣ ਹਾਨ ਲਓ ਜਤਨ ਕਰੰਤਾ। ਉਹ ਤਾਂ ਇੱਥੋਂ ਤੱਕ ਗੁਰੂ ਅਰਜਨ ਦੇਵ ਸਾਹਿਬ ਨਾਲ ਈਰਖਾ ਕਰਦਾ ਵੀ ਕਹਿੰਦਾ ਜੇ ਮੈਨੂੰ ਮੌਕਾ ਮਿਲੇ ਤੇ ਹੁਣੇ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਮਾਰ ਦੇਵਾਂ। ਇੰਨਾ ਵੱਧ ਤੁਹਾਡੇ ਤੋਂ ਵੱਧ ਪ੍ਰਿਥੀ ਚੰਦ ਉਹਨਾਂ ਦਾ ਭਰਾ ਹੀ ਉਹਨਾਂ ਦੇ ਨਾਲ ਵੈਰ ਕਰ ਰਿਹਾ ਹੈ। ਸੁਲਹੀ ਤੇ ਚਾਹਤ ਗਹਿਵਾਇਓ। ਸੁਲਹੀ ਨੂੰ ਉਹਨੇ ਹੀ ਸੱਦਿਆ, ਕਿਉਂਕਿ ਚੰਦੂ ਨੂੰ ਨਹੀਂ ਸੀ ਸਾਧ ਸੰਗਤ ਜੀ ਪਤਾ ਵੀ ਸੁਲਹੀ ਨੂੰ ਪ੍ਰਿਥੀਏ ਨੇ ਸੱਦਿਆ। ਇਹ ਹੁਣ ਦੱਸਦਾ ਖਬਰੀਆ, ਕਹਿੰਦਾ ਜੀ ਚੰਦੂ ਇਹ ਸੁਲਹੀ ਨੂੰ ਸੱਦਿਆ ਹੀ ਪ੍ਰਿਥੀ ਚੰਦ ਨੇ ਸੀ, ਤੇ ਸੱਦਿਆ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਕੜਾਉਣ ਵਾਸਤੇ ਸੀ। ਸੋ ਮਰ ਕਰ ਜਮ ਤਾਮ ਸਿਧਾਇਓ। ਪਰ ਉਹ ਐਸੀ ਕਲਾ ਵਰਤੀ ਕੋਈ, ਇਹ ਸੁਲਹੀ ਤਾਂ ਸੜ ਬਲ ਕੇ ਮਰ ਕੇ ਨਰਕ ਨੂੰ ਚਲਾ ਗਿਆ ਸੀ। ਅਬ ਬਾਂਛਤ ਔਰ ਹਤ ਹੈ ਦੀਵਾਨ। ਤੇ ਹੁਣ ਨਾ ਇਹ ਮਨ ਵਿੱਚ ਇੱਛਾ ਰੱਖਦਾ ਹੈ ਪ੍ਰਿਥੀ ਚੰਦ ਵੀ ਉਹ ਗੁਰੂ ਅਰਜਨ ਦੇਵ ਜੀ ਨੂੰ ਜੇ ਸੁਲਹੀ ਨਹੀਂ ਮਾਰ ਸਕਿਆ ਤੇ ਚੰਦੂ ਹੱਥੋਂ ਮਰਵਾਉਣਾ ਹੈ। ਸੋ ਮੋਸ ਸਮੀਪ ਬਹੁ ਬਾਰ ਬਖਾਨ। ਗੁਰੂ ਅਰਜਨ ਦੇਵ ਨੂੰ ਮਾਰਨ ਦੀ ਗੱਲ ਪ੍ਰਿਥੀਏ ਨੇ ਮੇਰੇ ਕੋਲ ਚੰਦੂ ਬੜੀ ਵਾਰ ਇਹ ਗੱਲ ਮੈਨੂੰ ਜਣਾਈ ਵੀ ਮੇਰਾ ਵੈਰ ਤੁਹਾਥੋਂ ਵੀ ਵੱਡਾ ਹੈ। ਮੇਲ ਚਹਤ ਹੈ ਰਾਵਰ ਸੰਗ। ਤੇ ਹੁਣ ਪ੍ਰਿਥੀ ਚੰਦ ਤੁਹਾਡੇ ਨਾਲ ਮਿਲਿਆ ਚਾਹੁੰਦਾ, ਮੁਲਾਕਾਤ ਚਾਹੁੰਦਾ ਹੈ। ਕਰਹਿ ਜਤਨ ਗਹਿ ਵੇ ਗੁਰ ਅੰਗ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਫੜਾਉਣ ਦਾ ਬੜਾ ਯਤਨ ਕਰ ਰਿਹਾ ਹੈ। ਆਪ ਹਕਾਰੋ ਤੂਰ ਨ ਆਵੈ। ਮੈਂ ਤਾਂ ਕਹਿਣਾ ਤੁਸੀਂ ਪ੍ਰਿਥੀ ਚੰਦ ਨੂੰ ਛੇਤੀ ਕਿਸੇ ਦਿਨ ਇੱਥੇ ਸੱਦ ਲਓ। ਜਦੋਂ ਸੱਦੋਗੇ ਤੇ ਬੜੀ ਜਲਦੀ ਨਾਲ ਆ ਜਾਵੇਗਾ। ਅਨੇਕ ਭਾਂਤ ਕੀ ਕਾਤ ਬਤਾਵੇ ਤੁਹਾਨੂੰ ਅਨੇਕਾਂ ਤਰ੍ਹਾਂ ਦੇ ਤਰੀਕੇ ਦੱਸੇਗਾ, ਕਿਉਂਕਿ ਭੇਤੀ ਆ ਨਾ ਘਰ ਦਾ ਵੀ ਗੁਰੂ ਅਰਜਨ ਦੇਵ ਜੀ ਨੂੰ ਕਿਵੇਂ ਸ਼ਹੀਦ ਕਰਨਾ, ਕਰਵਾਉਣਾ ਜਾਂ ਫੜਨਾ ਫੜਾਉਣਾ ਹੈ। ਉਹ ਪ੍ਰਿਥੀ ਚੰਦ ਕਹਿੰਦਾ ਵੀ ਮੈਨੂੰ ਉੱਥੇ ਸੱਦੋ ਤੇ ਮੈਂ ਤੁਹਾਨੂੰ ਬੜੀਆਂ ਸਕੀਮਾਂ ਬਣਾ ਕੇ ਦੱਸਾਂਗਾ। ਤੁਮ ਕੋ ਹੋਏ ਸੁਖੈਨ ਗਹਿ ਲੈਨੋ। ਤੇ ਮੈਂ ਕਹਿੰਦਾ ਚੰਦੂ ਮਹਾਰਾਜ ਤੁਸੀਂ ਸੱਦ ਲਓ ਪ੍ਰਿਥੀ ਚੰਦ ਨੂੰ, ਜੋ ਇੱਥੇ ਆ ਗਿਆ ਤੇਜ ਬਹੁਤ ਹੈ, ਤੁਹਾਨੂੰ ਬੜੀਆਂ ਸਕੀਮਾਂ ਦੱਸੇਗਾ, ਬੜੀਆਂ ਤਰਕੀਬਾਂ, ਕਿਉਂਕਿ ਭੇਤੀ ਹੈ ਗੁਰੂ ਘਰ ਦਾ, ਤੇ ਫੜਨਾ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸੌਖਾ ਹੋ ਜਾਵੇਗਾ। ਚਾਹ ਸਜਾਏ ਕਰਹਾ ਤਬ ਦੇਨੋ। ਜਦੋਂ ਪਕੜ ਲਿਆ ਗ੍ਰਿਫਤਾਰ ਕਰਕੇ ਗੁਰੂ ਸਾਹਿਬ ਨੂੰ ਜਿਹੋ ਜੀ ਸਜ਼ਾ ਚਾਹੋ ਤੁਸੀਂ ਦੇ ਦਵਾ ਲਓ ਜੇ। ਕਹਿ ਕੰਨਿਆ ਕੋ ਲੈ ਨਾਤਾ। ਜਾਂ ਤਾਂ ਤੁਹਾਡਾ ਡਰ ਮੰਨ ਕੇ ਗੁਰੂ ਅਰਜਨ ਦੇਵ ਜੀ ਪੁੱਤ ਵਾਸਤੇ ਤੁਹਾਡੀ ਧੀ ਦਾ ਰਿਸ਼ਤਾ ਲੈ ਲੈਣਗੇ। ਕਹਿ ਮਾਨਹਿ ਨਿਜ ਪ੍ਰਾਨਨ ਘਾਤਾ। ਤੇ ਜਾਂ ਫਿਰ ਨਾ ਮੰਨੇ ਤੇ ਫਿਰ ਆਪਦੇ ਪ੍ਰਾਣਾਂ ਦਾ ਦੇਣਾ ਮੰਨ ਜਾਵਣਗੇ, ਇਹ ਮੌਤ ਕਬੂਲ ਕਰ ਲੈਵਣਗੇ। ਕਰਹ ਜਤਨ ਰਹਿ ਆਵਹਿ ਲਾਜਾ। ਤੇ ਮੈਂ ਤਾਂ ਕਹਿੰਦਾ ਯਤਨ ਕਰੋ ਤੁਸੀਂ
ਵੀ ਪ੍ਰਿਥੀ ਚੰਦ ਨੂੰ ਇੱਥੇ ਸੱਦੋ, ਲਾਜ ਰਹਿ ਜਾਵੇਗੀ, ਬਦਲਾ ਤੁਹਾਡਾ ਪੂਰਾ ਹੋ ਜਾਵੇਗਾ। ਸੁਧਰਹਿ ਨੀਕੇ ਬਿਗੜਿਓ ਕਾਜਾ। ਤੁਹਾਡੇ ਵਿਗੜੇ ਕਾਜ ਸਾਰੇ ਹੀ ਸੁਧਰ ਜਾਣੇ ਜਦੋਂ ਪ੍ਰਿਥੀਆ ਦਿੱਲੀ ਆ ਗਿਆ ਤਾਂ। ਸੁਨ ਕਰ ਚੰਦੂ ਹਰਖਤ ਹੋਵਾ। ਇਹ ਹਲਕਾਰੇ ਤੋਂ ਸੁਣ ਕੇ ਸਾਧ ਸੰਗ ਜੀ ਚੰਦੂ ਬੜਾ ਪ੍ਰਸੰਨ ਹੋਇਆ ਹੈ। ਲਿਓ ਬੈਰ ਸਹਜੇ ਤਬ ਜੋਵਾ। ਕਹਿੰਦੇ ਗੱਲ ਤਾਂ ਠੀਕ ਹੈ, ਜੇ ਪ੍ਰਿਥੀਆ ਇੱਥੇ ਆ ਜਾਵੇ ਤੇ ਮੈਂ ਤਾਂ ਸੌਖਾ ਹੀ ਵੈਰ ਲੈ ਲਵਾਂਗਾ ਗੁਰੂ ਸਾਹਿਬ ਤੋਂ। ਜੇ ਰਿਪ ਘਰ ਮਹਿ ਭੇਦ ਪਰੰਤਾ। ਕਿਉਂਕਿ ਜਦੋਂ ਇਹ ਨੀਤੀ ਹੈ ਵੀ ਜੇ ਵੈਰੀ ਦੇ ਘਰ ਵਿੱਚ ਹੀ ਫੁੱਟ ਫਟਾਕ ਹੋਵੇ, ਵੀ ਜੇ ਵੈਰੀ ਆਪਸ ਵਿੱਚ ਹੀ ਇਹਨਾਂ ਦੇ ਘਰ ਦੇ ਵਿੱਚ ਹੀ ਕੋਈ ਮੈਨੂੰ ਕਮੀ ਲੱਭ ਜਾਵੇ, ਆਪਾਂ ਨੂੰ ਦੁਸ਼ਮਣ ਦੇ ਘਰ ਵਿੱਚ ਹੀ ਜਦੋਂ ਜਿਹੜਾ ਫਟਾਕ ਪੈਂਦਾ ਹੈ, ਕੋਈ ਆਪਸ ਦੇ ਵਿੱਚ ਫੁੱਟ ਪਈ ਹੁੰਦੀ ਹੈ, ਤਾਉ ਸੁਖੇ ਨਹੀਂ ਕਾਜ ਬਨੰਤਾ। ਤੇ ਜਿਹੜੇ ਘਰ ਵਿੱਚ ਫੁੱਟ ਹੋਵੇ ਉਸ ਘਰ ਦੇ ਵਿੱਚ ਦੁਸ਼ਮਣੀ ਪੂਰੀ ਕਰਨੀ, ਵੈਰ ਲੈਣਾ ਬੜਾ ਸੌਖਾ ਹੁੰਦਾ ਹੈ। ਜਥਾ ਅਸਰ ਨਿਕਸਹਿ ਚਖ ਦੁਆਰੇ। ਜਿਵੇਂ ਅਥਰੂ ਨਿਕਲਦੇ ਆ ਅੱਖਾਂ ਦੇ ਦਰਵਾਜ਼ੇ ਰਾਹੀਂ, ਅੱਖਾਂ ਰਾਹੀਂ ਜਿਵੇਂ ਅਥਰੂ ਨਿਕਲ ਜਾਂਦੇ ਹੈ, ਉਹ ਪਾਣੀ ਨਿਕਲਦਾ ਸਰੀਰ ਚੋਂ ਕਿੱਡਾ ਔਖਾ ਹੈ, ਪਰ ਅੱਖਾਂ ਦੇ ਰਾਹੀਂ ਜਿਵੇਂ ਅਥਰੂ ਸੌਖੇ ਨਿਕਲ ਜਾਂਦੇ ਆ। ਜੇ ਘਰ ਵਿੱਚ ਹੀ ਕੋਈ ਬੰਦਾ ਮਿਲ ਜਾਵੇ ਜਿਹਦੇ ਵੈਰੀ ਆ, ਦੁਸ਼ਮਣ ਦੇ ਘਰ ਵਿੱਚ ਹੀ ਕੋਈ ਭੇਤੀ ਮਿਲ ਜਾਵੇ, ਵੈਰ ਲੈਣਾ ਬੜਾ ਸੌਖਾ ਹੁੰਦਾ ਹੈ। ਅੰਤਰ ਦੁਖ ਲਹੀਅਤ ਬਿਦ ਸਾਰੇ। ਅੰਦਰਲਾ ਦੁੱਖ ਸਾਰਾ ਨੇਤਰਾਂ ਦੇ ਰਾਹੀਂ ਜਿਵੇਂ ਬਾਹਰ ਪਤਾ ਲੱਗ ਜਾਂਦਾ ਨਾ, ਜੇ ਕੋਈ ਰੋਵੇ ਨਾ ਤੇ ਕਿਵੇਂ ਪਤਾ ਲੱਗੇ ਦੁਖੀ ਹੈ। ਜਿਵੇਂ ਹੰਝੂ ਹੈ, ਉਹ ਜੀਵ ਦੇ ਮਨੁੱਖ ਦੇ ਅੰਦਰਲਾ ਦੁੱਖ ਪ੍ਰਗਟ ਕਰ ਦਿੰਦੇ, ਸਾਰਾ ਭੇਤ ਵੀ ਇਹ ਦੁਖੀ ਹੈ। ਉਸੇ ਤਰ੍ਹਾਂ ਚੰਦੂ ਸੋਚਦਾ ਹੈ ਵੀ ਜਿਹੜਾ ਦੁਸ਼ਮਣ ਹੁੰਦਾ, ਦੁਸ਼ਮਣ ਦੇ ਘਰ ਦਾ ਕੋਈ ਮਨੁੱਖ ਮਿਲ ਜਾਵੇ ਨਾ ਤੇ ਉਹ ਸਾਰੇ ਭੇਤ ਹੀ ਖੋਲ ਦਿੰਦਾ ਵੀ ਇਹਦੇ ਘਰ ਵਿੱਚ ਕੀ ਕੁਝ ਹੈ। ਤਿਉ ਰਿਪ ਕੋ ਸਭ ਭੇਦ ਬਤਾਵੈ। ਜਿਵੇਂ ਪਾਣੀ ਅੱਖਾਂ ਦਾ ਦਿਲ ਦਾ ਦੁੱਖ ਪ੍ਰਗਟ ਕਰ ਦਿੰਦਾ ਹੈ, ਵੈਰੀ ਦੇ ਘਰ ਦਾ ਭੇਤੀ ਸਾਰਾ ਕੁਝ ਪ੍ਰਗਟ ਕਰਕੇ ਭੇਦ ਦੱਸ ਦਿੰਦਾ ਹੈ। ਭਰਾਤਾ ਫਟ ਕਰ ਜੇ ਮਿਲ ਜਾਵੈ। ਤੇ ਜੇ ਭਰਾ ਦੀ ਫੁੱਟ ਹੈ, ਜਿਵੇਂ ਗੁਰੂ ਅਰਜਨ ਦੇਵ ਜੀ ਦੇ ਨਾਲ ਇਹ ਪ੍ਰਿਥੀ ਚੰਦ ਦੀ ਫੁੱਟ ਹੈ, ਤੇ ਜੇ ਕਿਤੇ ਪ੍ਰਿਥੀਆ ਸਾਡੇ ਨਾਲ ਮਿਲ ਜਾਵੇ ਤਾਂ ਕਹਿਨ ਸਾਹੋ ਸੋ ਬਨੈ ਬਹਾਨੋ। ਫਿਰ ਜਹਾਂਗੀਰ ਬਾਦਸ਼ਾਹ ਨੂੰ ਬਹਾਨਾ ਲਾਉਣਾ ਵੀ ਸੌਖਾ ਹੋ ਜਾਵੇਗਾ। ਭਰਾਤ ਪੁਕਾਰੂ ਦੁਖੀ ਮਹਾਨੋ। ਆਹੋ ਇਹਨੂੰ ਲੈ ਜਾਵਾਂਗੇ ਨਾਲ ਆਪਾਂ। ਚੰਦੂ ਕਹਿੰਦਾ ਸੋਚਦਾ ਹੈ ਵੀ ਪ੍ਰਿਥੀ ਚੰਦ ਨੂੰ ਮੈਂ ਨਾਲ ਲੈ ਕੇ ਨਾ ਤੇ ਜਹਾਂਗੀਰ ਬਾਦਸ਼ਾਹ ਦੇ ਕੋਲ ਪੇਸ਼ ਹੋਵਾਂਗਾ ਵੀ ਵੇਖੋ ਬਾਦਸ਼ਾਹ, ਜਿਹੜੇ ਗੁਰੂ ਅਰਜਨ ਦੇਵ ਜੀ ਨੇ ਸੁਲਹੀ ਤੁਹਾਡਾ ਮਰਵਾ ਦਿੱਤਾ ਕਿਸੇ ਤਰ੍ਹਾਂ ਦੇ ਨਾਲ, ਤੇ ਉਹਦਾ ਭਰਾ ਵਿਚਾਰਾ ਆਪ ਤੰਗ ਹੈ ਉਹਦੇ ਤੋਂ, ਤੇ ਉਹ ਫਰਿਆਦੀ ਹੋਇਆ ਫਿਰਦਾ, ਦੁਖੀ ਹੋ ਕਰਕੇ ਤੁਹਾਡੇ ਕੋਲ ਆਇਆ ਵੀ ਉਹਦੇ ਭਰਾ ਦਾ ਸਹਾਰਾ ਲੈ ਕੇ ਨਾ ਪ੍ਰਿਥੀਏ ਦਾ, ਤੇ ਗੁਰੂ ਅਰਜਨ ਦੇਵ ਸਾਹਿਬ ਨੂੰ ਹੋਰ ਬਦਨਾਮ ਕਰਾਂਗਾ ਬਾਦਸ਼ਾਹ ਕੋਲ ਮੈਂ। ਜਾਂ ਤੇ ਆਪ ਬੁਲਾਏ ਕਰ ਤੂਰਨ। ਤੇ ਇਸ ਕਰਕੇ ਮੈਂ ਛੇਤੀ ਹੁਣ ਪ੍ਰਿਥੀ ਚੰਦ ਨੂੰ ਇੱਥੇ ਬੁਲਾ ਲਵਾਂਗਾ। ਕਰੋ ਮਨੋਰਥ ਆਪਣੋ ਪੂਰਨ। ਤੇ ਆਪ ਦਾ ਮਨੋਰਥ ਜਿਹੜਾ ਨਾ ਗੁਰੂ ਅਰਜਨ ਦੇਵ ਸਾਹਿਬ ਤੋਂ ਬਦਲਾ ਲੈਣ ਦਾ, ਉਹ ਮੈਂ ਪੂਰਾ ਕਰਾਂਗਾ, ਪ੍ਰਿਥੀ ਚੰਦ ਨੂੰ ਵਰਤਾਂਗਾ ਮੈਂ। ਤੋ ਇਹ ਸਾਧ ਸੰਗਤ ਜੀ, ਪ੍ਰਿਥੀ ਚੰਦ ਆਪਦੇ ਆਪ ਬੜਾ ਚੁਸਤ ਬਣਦਾ ਵੀ ਖਰੇ ਰਾਜਸੀ ਲੋਕ ਮੈਨੂੰ ਗੱਦੀ ਦਿਵਾਉਣਗੇ, ਪਰ ਜਿਹੜੇ ਸਾਧ ਸੰਗਤ ਜੀ ਲੋਕ ਹੁੰਦੇ ਆ ਨਾ, ਉਹਨੂੰ ਕੇਵਲ ਮਤਲਬ ਕੱਢਣ ਨਾਲ ਹੈ। ਉਹ ਪ੍ਰਿਥੀ ਚੰਦ ਦੇ ਰਾਹੀਂ ਗੁਰੂ ਅਰਜਨ ਦੇਵ ਪਾਤਸ਼ਾਹ ਨਾਲ ਵੈਰ ਪੂਰਾ ਕਰਨਾ ਚਾਹੁੰਦੇ ਆ, ਪ੍ਰਿਥੀਏ ਨਾਲ ਕੋਈ ਹਮਦਰਦੀ ਨਹੀਂ ਹੈ। ਤੋ ਇਸ ਤਰ੍ਹਾਂ ਅੱਗੇ ਜਿਵੇਂ ਫਿਰ ਚੰਦੂ ਨੇ ਚਿੱਠੀ ਲਿਖੀ ਬੜੇ ਪ੍ਰੇਮ ਦੇ ਨਾਲ ਵੀ ਹਾਂ ਪ੍ਰਿਥੀ ਚੰਦ ਜੀ ਤੁਸੀਂ ਇੱਥੇ ਆਓ, ਅਸੀਂ ਮਿਲਣ ਦੇ ਬੜਾ ਇੱਛਾ ਰੱਖਦੇ ਤੁਹਾਨੂੰ। ਤੇ ਚੰਦੂ ਨੂੰ ਮਿਲਣ ਵਾਸਤੇ ਸਾਧ ਸੰਗਤ ਦੀ ਪ੍ਰਿਥੀਆ ਫਿਰ ਪਹੁੰਚਿਆ, ਪੈਰ ਜੁੱਤੀ ਨਾ ਪਾਈ, ਸੁਨੇਹਾ ਆਏ ਤੇ ਉੱਥੇ ਫਿਰ ਜਿਵੇਂ ਇਹਨੇ ਫਿਰ ਦੱਸਿਆ ਸਾਰੇ ਭੇਤ ਵੀ ਮੈਂ ਇਸ ਤਰ੍ਹਾਂ ਕਰ ਲਈਏ ਤੇ ਇਸ ਤਰ੍ਹਾਂ ਹੋ ਜਾਵੇਗਾ। ਤੋ ਐ ਸੰਗਤ ਆਉਂਦੀ ਹੈ ਸਾਰਾ ਵੀ ਤੁਸੀਂ ਆਹ ਦੂਸ਼ਣ ਲਾਓ, ਆਹ ਦੂਸ਼ਣ ਲਾਓ। ਉਹਨਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਹੈ, ਤੁਸੀਂ ਆਖੋ ਬਾਦਸ਼ਾਹ ਜਹਾਂਗੀਰ ਨੂੰ ਵੀ ਉਹਨਾਂ ਮੁਹੰਮਦ ਸਾਹਿਬ ਦੀ ਬੜੇ ਦੁਰਬਚਨ ਲਿਖੇ ਆ, ਮੁਸਲਮਾਨਾਂ ਇਸਲਾਮ ਦੀ ਤੋਹੀਨ ਕੀਤੀ। ਇਹ ਸਾਰੀ ਜਿਹੜੀ ਹੈ ਸਕੀਮਾਂ ਪ੍ਰਿਥੀਆ ਹੀ ਦਿੰਦਾ ਰਿਹਾ ਚੰਦੂ ਨੂੰ ਵੀ ਆਹ ਇਲਜ਼ਾਮ ਲਾਓ ਗੁਰੂ ਸਾਹਿਬ ਤੇ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਜਿਵੇਂ ਜਿਵੇਂ ਉਹ ਸਾਰਾ ਪ੍ਰਿਥੀ ਚੰਦ ਗੋਂਦਾ ਗੁੰਦਦਾ ਚੰਦੂ ਨਾਲ ਮਿਲ ਕੇ ਉਹ ਪ੍ਰਸੰਗ ਰੋਜ਼ ਪ੍ਰਤ ਆ ਰਿਹਾ ਹੈ। ਸੁਣ ਕਰਕੇ ਜੀਵਨ ਸਫਲ ਕਰੋ, ਹੋਈਆਂ ਭੁੱਲਾਂ ਦੀ ਖਿਮਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਕਹਿਣ ਸ਼ਾਹੋ ਸੋ ਬਨੈ ਬਹਾਨੋ। ਪ੍ਰਾਤ ਪੁਕਾਰੂ ਦੁਖੀ ਮਹਾਨੋ। ਜਾਂ ਤੇ ਅਬ ਬੁਲਾਏ ਕਰ ਤੂਰਨ।
ਕਰੋ ਮਨੋਰਥ ਆਪਨੋ ਪੂਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਹੈ ਅਪਰੰਪਰ ਹਰਿ ਹਰੇ ਹੈ ਪੀ ਹੋਵਨਹਾਰ। ਹੈ ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ। ਹੈ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸੁ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।